दे बंदियां नूं रब जाणिए, रब दे बंदियां नूं रब जाणिए। परम सत्कारयोग सन्मानयोग जुगो जुग अटल सतगुरु धन धन साहिब श्री गुरु ग्रंथ साहिब महाराज जी की पावन पवित्र निकी मिठी गोदी का श्रृंगार गुरु रूप खालसा जी साध संगत बड़े भागे हैं जो महान सच्चे पातशाह के चरणों में पहुँच के हाजरियां लगा रहे हैं। हर जस सुन के तन मन धन सफल बना रहे हैं, बड़े भागे हैं। हाजरी लगी हुई है कि ना फिर लग जाए। बुलाइए फतेह कलगीधर पातशाह महाराज जी ने जान के हाजर ते नाजर चुकाओ सीस प्यार सहित बुलाओ फतेह आखो जी वाहिगुरु जी का खालसा वाहिगुरु जी की फतेह। रब दियां बंदियां नूं रब जाणीए। परमात्मा दा वासा खलकत दे विच है, लकाई दे विच है।
ਸਾਧ ਸੰਗਤ ਜੀ, ਰਾਗੀ ਸਾਹਿਬਾਨਾਂ ਨੇ ਕੀਰਤਨ ਦੁਆਰਾ ਰੱਬ ਵਰਗੀਆਂ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਜਥਾ ਹਾਜ਼ਰ ਹੈ। ਰੱਬ ਦਾ ਬਾਸਾ ਸੰਗਤ ਦੇ ਵਿੱਚ ਕਿਵੇਂ ਆ ਸਾਧ ਸੰਗਤ ਜੀ? ਐਸੀ ਉਹ ਢਾਡੀ ਜਥਾ ਇੱਕ ਲੜੀ ਪ੍ਰਾਰੰਭ ਕਰਨ ਲੱਗਿਆ ਹੈ ਕਿ ਕਿਵੇਂ ਪਰਮਾਤਮਾ ਇਨਸਾਨ ਦੀ ਜੀਭ ਉੱਤੇ ਵਸਦਾ ਹੈ, ਹਰ ਵੇਲੇ ਹਿਰਦੇ ਦੇ ਵਿੱਚ ਉਹਦਾ ਵਾਸ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ ਹੈ ਮਨਾ, ਤੂੰ ਪਰਮਾਤਮਾ ਦੀ ਜੋਤ ਹੈ, ਰੂਹ ਆ ਉਹਦੇ ਨਾਲੋਂ ਟੁੱਟ ਕੇ ਆਈ ਹੋਈ ਹੈ ਮੁਕਤੀ ਪ੍ਰਾਪਤ ਕਰਨ ਦੇ ਲਈ। ਆਓ ਅੱਜ ਬੜਾ ਸਾਧ ਸੰਗਤ ਜੀ ਖਾਸ ਦਿਨ ਵੀ ਆ। ਸੰਧੂ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ, ਕਿਉਂਕਿ ਲੜਕਿਆਂ ਦੇ ਜਨਮ ਦਿਨ ਹਰ ਕੋਈ ਮਨਾਉਂਦਾ ਹੈ, ਅਮੀਰ ਹੋਵੇ ਗਰੀਬ ਹੋਵੇ ਕੋਈ ਵੀ ਹੋਵੇ, ਲੜਕਿਆਂ ਦੇ ਲੜਕੀਆਂ ਦੇ ਕੋਈ ਮਨਾਉਂਦਾ ਹੈ। ਬਟ ਭਾਗਾ ਪਰਿਵਾਰ ਆ, ਬੱਚੀ ਨਿਮਰਤ ਕੌਰ ਸੰਧੂ ਜਿਨ੍ਹਾਂ ਦਾ ਜਨਮ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਾਣੀ ਪੜਵਾ ਕੇ, ਬਾਣੀ ਸੁਣ ਕੇ, ਹਰ ਜਸ ਕਰਵਾ ਕੇ, ਗਾ ਕੇ ਮਨਾਇਆ ਜਾ ਰਿਹਾ। ਪ੍ਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਬੱਚੀ ਨੂੰ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਚੜ੍ਹਦੀਆਂ ਕਲਾਂ, ਤਰੱਕੀਆਂ, ਕਾਮਯਾਬੀਆਂ, ਵੱਡੀ ਹੋ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ। ਸਾਧ ਸੰਗਤ ਜੀ, ਪੁਰਾਣੇ ਸਮਿਆਂ ਦੇ ਵਿੱਚੋਂ ਲੈ ਕੇ ਅੱਜ ਤੱਕ ਜੇ ਝਾਤੀ ਮਾਰੀਏ ਨਾ, ਲੜਕੀਆਂ ਨੂੰ ਮਾਰਨ ਦਾ ਰਿਵਾਜ ਜਾਰੀ ਹੈ। ਜਨਮ ਦਿਨ ਮਨਾਉਣੇ ਦਾ ਦੂਰ ਦੀ ਗੱਲ, ਇੰਨੀਆਂ ਤਰੱਕੀਆਂ ਕੀਤੀਆਂ ਸਾਇੰਸ ਨੇ, ਇੰਨੀਆਂ ਮਸ਼ੀਨਾਂ ਬਣਾਈਆਂ ਡਾਇਗਨੋਸ ਕਰਨ ਦੇ ਲਈ ਜਿਹੜੀਆਂ ਰੋਗ ਦੱਸ ਦਿੰਦੀਆਂ ਨੇ, ਪਰ ਦੁਰਵਰਤੋਂ ਹੋਣ ਲੱਗ ਪਈ। ਉਹ ਕੁੱਖ ਨੂੰ ਲਾਓ ਦੱਸ ਦਿੰਦੀ ਆ ਕਿ ਇਹ ਕੁੱਖ ਦੇ ਵਿੱਚ ਨਾ ਬੱਚੀ ਪਲ ਰਹੀ ਹੈ, ਉਸੇ ਵੇਲੇ ਸੋਗ ਛਾ ਜਾਂਦਾ ਹੈ, ਮਾਤਮ ਛਾ ਜਾਂਦਾ, ਫਿਰ ਉਹਨੂੰ ਮਾਰਨ ਦੀਆਂ ਤਿਆਰੀਆਂ ਬੁੱਚੜ ਬਣ ਕੇ। ਸਾਧ ਸੰਗਤ ਜੀ, ਉਹਨਾਂ ਮਸ਼ੀਨਾਂ ਦੀ ਨਜਾਇਜ਼ ਵਰਤੋਂ ਹੋਣ ਲੱਗ ਪਈ। ਇਹ ਅੱਜੇ ਨਹੀਂ, ਪੁਰਾਣੇ ਸਮੇਂ ਤੋਂ ਰਿਵਾਜ ਚੱਲਿਆ ਰਿਹਾ ਸੀ, ਹੁਣ ਫਿਰ ਵੀ ਠੱਲ ਪੈਂਦੀ ਜਾ ਰਹੀ ਹੈ, ਕਿਉਂਕਿ ਸਾਡੇ ਕੋਲ ਚਾਨਣ ਮਨਾਰਾ ਹੈ, ਧੁਰਕੀ ਬਾਣੀ, ਜਿਹਦੇ ਰਾਹੀਂ ਕੁੱਲ ਲਕਾਈ ਬੜਾ ਉਪਦੇਸ਼ ਲੈ ਰਹੀ ਹੈ ਤੇ ਸੁਚੇਤ ਹੋ ਰਹੀ ਹੈ। ਬੱਚੀ ਨੇ ਜਨਮ ਲੈਣਾ, ਦਾਈ ਤੋਂ ਮਰਵਾ ਦੇਣੀ, ਗਲ 'ਚ ਫੀਮ ਰੱਖ ਕੇ ਮਾਰ ਦੇਣੀ, ਰੂਹ ਲਪੇਟ ਕੇ ਨਾ ਅੱਕ ਦੇ ਰਸ ਵਿੱਚ ਉਹਦੇ ਹਲਕ 'ਚ ਰੱਖ ਦੇਣੀ, ਉਹਨੇ ਆਪੇ ਮਰ ਜਾਣਾ, ਤੇ ਨਾਲ ਗੀਤ ਗਵਾਈ ਜਾਣਾ ਦਾਈ ਤੋਂ, ਗੁੜ ਖਾਈ ਪੂਣੀ ਕੱਤੀਆਂ ਆਪ ਨਾ ਹੀ, ਵੀਰ ਨੂੰ ਕੱਤੀ ਤੇਰੀ ਲੋੜ ਨਹੀਂ, ਸਾਨੂੰ ਭਰਾ ਚਾਹੀਦਾ, ਤੇਰਾ ਭਰਾ ਚਾਹੀਦਾ। ਸੋ ਸਾਧ ਸੰਗਤ ਜੀ, ਬੜ ਭਾਗੇ ਨੇ ਉਹ ਪਰਿਵਾਰ, ਧੰਨ ਉਹ ਨਾਰ ਸੁਲੱਖਣੀ ਜੀ ਨੇ ਪਹਿਲਾਂ ਜਾਈ ਲక్ష్ਮੀ, ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਮਿਲਦਾ। ਸਤਿਕਾਰਯੋਗ ਨੇ, ਵੱਡੇ ਭਾਗਾਂ ਵਾਲੇ ਨੇ ਉਹ ਪਰਿਵਾਰ ਜਿਨ੍ਹਾਂ ਨੂੰ ਪ੍ਰਮਾਤਮਾ ਪੁੱਤਰਾਂ ਦੇ ਨਾਲ ਨਾਲ ਧੀ ਦੀ ਵੀ ਦਾਤ ਦਿੰਦਾ। ਅੱਜ ਜਨਮ ਦਿਨ ਮਨਾਇਆ ਜਾ ਰਿਹਾ, ਸੇਵਕ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਓ ਢਾਡੀ ਜਥਾ ਹਾਜ਼ਰ ਹੈ। 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜੋ ਗਾਥਾ ਪ੍ਰਾਰੰਭ ਕੀਤੀ ਹੋਈ ਹੈ ਪਿਛਲੇ ਹਫ਼ਤੇ ਤੋਂ, ਨਾਲ ਉਸ ਨੂੰ ਅਗਾਂਹ ਤੋਰਨ ਦਾ ਯਤਨ ਕਰ ਰਹੇ ਹਾਂ। ਤੇ ਅੱਜ ਦੀ ਜਿਹੜੀ ਗਾਥਾ ਕਹਿਣ ਵਾਸਤੇ ਜਾ ਰਹੇ ਹਾਂ, ਉਹ ਹਉਮੈ ਦੀ ਆ, ਹਉਮੈ ਦੀ, ਹੰਕਾਰ ਦੀ ਹੈ, ਅਤੇ ਪ੍ਰਮਾਤਮਾ ਦਾ ਬਾਸਾ ਲਕਾਈ ਵੇਖਿਆ ਕਿਵੇਂ ਪ੍ਰਮਾਤਮਾ ਆਪਣੇ ਸਿੱਖਾਂ ਦੀ ਰਸਨਾ ਦੇ ਉੱਤੇ ਵਰਤਦਾ ਹੈ। ਜੋ ਇੱਕ ਗੁਰੂ ਦਾ ਸੱਚਾ ਪੱਕਾ ਸਿੱਖ, ਸੰਤ ਮਹਾਤਮਾ ਕਹਿ ਲੋ, ਮੁਖ ਵਿੱਚੋਂ ਕਹਿ ਦੇ ਵੀ ਉਹ ਪੂਰਨ ਹੋ ਕੇ ਰਹਿੰਦਾ। ਐਸੀ ਉਹ ਗਾਥਾ ਢਾਡੀ ਜਥਾ ਪ੍ਰਾਰੰਭ ਕਰਨ ਵਾਸਤੇ ਜਾ ਰਹੇ ਹਾਂ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਭ ਤੋਂ ਵੱਧ ਕਿਹਨੂੰ ਨਿੰਦਿਆ ਗਿਆ? 5 ਠੱਗਾਂ ਨੂੰ। ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁਝੈ, ਕੋਏ ਨਾ ਸੁਣਾ ਪੁਕਾਰਾ। ਜਿਵੇਂ ਨਾ ਇੱਥੇ ਤਾਂ ਖੈਰ ਨਹੀਂ, ਪੰਜਾਬ ਦੀ ਜਾਂ ਹਿੰਦੁਸਤਾਨ ਦੀ ਧਰਤੀ ਤੇ ਨਾ ਲੱਕੜੀ ਨੂੰ ਘੁਣਾ ਲੱਗ ਜਾਂਦਾ, ਉਹ ਪਤਾ ਨਹੀਂ ਲੱਗਦਾ, ਵਿੱਚੇ ਵਿੱਚ ਖਾਈ ਜਾਂਦਾ, ਵਿੱਚੇ ਵਿੱਚ ਖਾਈ ਜਾਂਦਾ। ਜਦੋਂ ਖੜਕਾ ਕੇ ਦੇਖੋ ਨਾ, ਲੱਕੜੀ ਬੋਲਣ ਲੱਗ ਜਾਂਦੀ ਆ, ਬੇਕਾਰ ਹੋ ਜਾਂਦੀ ਆ। ਐਵੇਂ ਹੀ ਅਸੀਂ 5 ਠੱਗਾਂ ਦੇ ਧੱਕੇ ਚੜ ਜਾਂਦੇ ਆ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਧ ਸੰਗਤ ਜੀ, ਭਗਤ ਕਬੀਰ ਦੀ ਬਾਣੀ ਲੈ ਲਓ, ਫਰੀਦ ਦੀ ਲੈ ਲਓ, 9ਵੇਂ ਪਾਤਸ਼ਾਹ ਦੀ, ਕਿਸੇ ਵੀ ਭਗਤ ਸਾਹਿਬਾਨ ਦੀ, ਗੁਰੂ ਸਾਹਿਬਾਨ ਦੀ ਬਾਣੀ ਲੈ ਲਓ, ਖਾਸ ਕਰਕੇ ਸਾਨੂੰ ਇਹਨਾਂ 5 ਠੱਗਾਂ ਤੋਂ ਬਚਣ ਦੇ ਲਈ ਜਗ੍ਹਾ ਜਗ੍ਹਾ ਤੇ ਹਦਾਇਤ ਅਤੇ ਸੁਚੇਤ ਕੀਤਾ ਗਿਆ। ਪਿਛਲਾ ਜਦ ਪ੍ਰਸੰਗ ਚੱਲ ਰਿਹਾ ਸੀ ਭਾਈ ਜੋਗਾ ਜੀ ਦਾ, ਉਹਦੇ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰੀਕੇ ਨਾਲ ਹੰਕਾਰ ਆਉਂਦਾ। ਪਹਿਲਾਂ ਜਿੱਥੇ ਕੱਲਾ ਹੰਕਾਰ ਆਉਂਦਾ, ਕੱਲਾ ਹੀ ਨਹੀਂ ਆਉਂਦਾ, ਨਾਲ 4 ਸਾਥੀ ਵੀ ਆ ਜਾਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰੇ 5 ਇਕੱਠੇ ਹੀ ਰਹਿੰਦੇ ਨੇ। ਔਰ ਦੂਸਰੀ ਗੱਲ ਇਹ ਵੀ ਆ, ਹਉਮੈ ਨਾਵੈ ਨਾਲ ਵਿਰੋਧ ਹੈ। ਹਉਮੈ ਦਾ ਪ੍ਰਮਾਤਮਾ ਦੇ ਨਾਮ ਨਾਲ ਵਿਰੋਧਤਾ ਚੱਲੀ ਆ ਰਹੀ ਆ। ਕਈ ਵਾਰ ਆਪਾਂ ਨੇ ਸ਼ੈਤਾਨ ਦੀ ਗਾਥਾ ਸਟੇਜ ਤੋਂ ਕਹਿ ਚੁੱਕੇ ਆ ਕਿ ਕਿਸ ਤਰੀਕੇ ਦੇ ਨਾਲ ਸ਼ੈਤਾਨ ਨੇ ਪ੍ਰਮਾਤਮਾ ਨੂੰ ਆਖਿਆ ਸੀ, ਤੂੰ ਤੇਰੇ ਕਲਜਗੀ ਜੀਵਾਂ ਦਾ ਕਿੰਨਾ ਹੀ ਕਰ ਲਵੀਂ, ਤੇਰਾ ਕੋਈ ਸ਼ੁਕਰਗੁਜ਼ਾਰ ਨਹੀਂ ਹੋਵੇਗਾ। ਮੈਂ ਇਹਨਾਂ ਦੀ ਬੁੱਧੀ ਨੂੰ ਮੰਦਬੁੱਧੀ ਬਣਾ ਕੇ ਰੱਖ ਦਿਆਂਗਾ, ਮੈਂ ਤੇਰੇ ਨਾਲੋਂ ਤੋੜ ਕੇ ਆਪਣੇ ਵਾਲੇ ਪਾਸੇ ਲਾਵਾਂਗਾ।
ਮਾਫ ਕਰਨਾ, ਜਿਹੜੇ ਗੁਰੂ ਮਤ ਤੋਂ ਉਲਟ ਚੱਲਦੇ ਨੇ ਇਹਦਾ ਮਤਲਬ ਸ਼ੈਤਾਨ ਦਾ ਪਹਿਰਾ ਉਹਨਾਂ ਤੇ ਜਿਹੜੇ ਗੁਰੂ ਮਤ ਦੇ ਅਧੀਨ ਚੱਲਦੇ ਨੇ ਤੇ ਸ਼ੈਤਾਨ ਦੇ ਪਹਿਰੇ ਦੇ ਥੱਲੇ ਉਹ ਬਾਹਰ ਨੇ। ਇਸ ਲਈ ਬਾਣੀ ਕਹਿੰਦੇ ਆ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ, ਇਹ ਇੱਕ ਜਗ੍ਹਾ ਨਹੀਂ ਵਸਦੀ ਹੈਗੀ। ਕੋਈ ਪਾਵਨ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਿੱਖ ਰਹਿ ਰਿਹਾ ਹੋਵੇ ਔਰ ਲੰਮੇ ਸਮੇਂ ਤੋਂ ਰਹਿ ਰਿਹਾ ਹੋਵੇ, ਫਿਰ ਵੀ ਉਹ ਜੁਨੀਆਂ ਦੀ ਭਟਕਣਾ ਵਿੱਚ ਪੈ ਜਾਵੇ, ਇਹਦਾ ਮਤਲਬ ਕਿਤੇ ਨਾ ਕਿਤੇ ਉਹਨੇ ਜ਼ਰੂਰ ਗਲਤੀ ਕੀਤੀ। ਪਰ ਕਸੂਰ ਗੁਰੂ ਦਾ, ਕਸੂਰ ਪਰਮਾਤਮਾ ਦਾ, ਆਪਣਾ ਨਹੀਂ। ਸਾਧ ਸੰਗਤ ਜੀ, ਗੁਰੂ ਦਾ ਸਿੱਖ ਲੰਮਾ ਸਮਾਂ ਹਜ਼ੂਰੀ ਦੇ ਵਿੱਚ ਰਹਿੰਦਾ ਹੋਵੇ, ਆਪਣਾ ਆਪਾ ਨਾ ਜਤਲਾਵੇ, ਕਦੇ ਨਾ ਜਤਲਾਵੇ। ਨਹੀਂ ਤਾਂ ਬਾਣੀ ਕਹਿੰਦੀ ਆ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗਮਾਨ। ਤੀਰਥ ਵੀ ਕਰ ਲੈ, ਵਰਤ ਕਰ ਲੈ, ਸੇਵਾਵਾਂ ਕਰ ਲਈਆਂ, ਮਨ ਵਿੱਚ ਸਾਡੇ ਗਮਾਨ ਆ ਗਿਆ, ਮੈਂ ਆਹ ਕੀਤਾ, ਮੈਂ ਉਹ ਕੀਤਾ, ਆਪਣੇ ਲਈ ਕੀਤਾ, ਕਿਸੇ ਲਈ ਥੋੜੀ ਕੀਤਾ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗਮਾਨ। ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਇਉਂ ਬੇਕਾਰ ਚਲੇ ਜਾਂਦੇ ਨੇ, ਨਿਹਫਲ ਚਲੇ ਜਾਂਦੇ ਨੇ ਜਿਵੇਂ ਹਾਥੀ ਦਾ ਨਹਾਉਣ। ਉਹਨੂੰ ਆਦਤ ਆ ਨਹਾ ਕੇ ਜਦੋਂ ਨਦੀ ਨਾਲੇ ਚੋਂ ਬਾਹਰ ਨਿਕਲਦਾ ਨਾ, ਭਰ ਭਰ ਕੇ ਚਿੱਕੜ ਹੋਵੇ, ਰੇਤਾ ਮਿੱਟੀ ਹੋਵੇ, ਉਹਨੇ ਆਪਣੀ ਪਿੱਠ ਉੱਤੇ ਪਾਈ ਜਾਣਾ ਸਰੀਰ ਦੇ ਉੱਤੇ। ਬਾਣੀ ਕਹਿੰਦੀ ਆ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਨਹਾਤਾ ਨਾ ਨਹਾਤਾ। ਗੁਰੂ ਦਾ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਰਹਿ ਰਿਹਾ ਹੋਵੇ, ਅਰਜੂਨੀ ਦੀ ਪੈ ਜਾਵੇ ਭਟਕਣਾ। ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਮ ਤੌਰ ਤੇ ਜੰਗਾਂ ਯੁੱਧਾਂ ਬੋਲੀਆਂ ਜਾਂਦੀਆਂ ਨੇ, ਜਾਂ ਫਿਰ ਕਿਲਾ ਛੱਡਣਾ, ਅਗਲੇਰੇ ਪ੍ਰਸੰਗ, ਜਾਂ ਫਿਰ ਵਿਸਾਖੀ ਬੋਲੀ ਜਾਂਦੀ। ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਗਾਥਾਵਾਂ ਸਾਖੀਆਂ ਨੇ ਜਿਹੜੀਆਂ ਅਜੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਦੀਆਂ। ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਮਹਾਰਾਜ ਜੀ ਨੇ ਅਤੇ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਬੜੇ ਚੋਜ ਵਰਤਾਏ ਨੇ। ਮੁੜ ਕੇ ਤਾਂ ਜਦੋਂ ਕਿਲਾ ਛੱਡਿਆ ਜਾਂਦਾ, ਕਿਤੇ 2 ਰਾਤਾਂ, ਕਿਤੇ 10 ਦਿਨ, ਕਿਤੇ ਕਿੰਨੇ ਦਿਨ ਰਹਿ ਕੇ ਮਹਾਰਾਜ ਜੀ ਗਾਂਹ ਤੁਰਦੇ ਜਾਂਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀਵਾਨ ਸਜਾਈ ਬੈਠੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। 2 ਕਲੰਦਰ ਆਏ ਨੇ, ਕਲੰਦਰ ਮਦਾਰੀ ਵੀ ਕਹਿ ਲਓ, ਚਾਹੇ ਉਹਨਾਂ ਨੂੰ ਤਮਾਸ਼ਾ ਦਿਖਾਉਣ ਵਾਲਿਆਂ ਨੂੰ ਕਲੰਦਰ ਕਹਿੰਦੇ ਆ। ਇੱਕ ਦੇ ਹੱਥ ਫੜਿਆ ਹੋਇਆ ਏ ਭਾਲੂ ਰਿੱਛ ਤੇ ਦੂਜੇ ਦੇ ਹੱਥ ਫੜਿਆ ਹੋਇਆ ਬਾਂਦਰ। ਇੱਥੇ ਨੀਲਾ ਘੋੜਾ ਪਹਿਲਾਂ ਹੀ ਹੈਗਾ ਸੀ, ਪ੍ਰਸ਼ਾਦੀ ਹਾਥੀ ਹੈਗਾ ਸੀ, ਇਹਨਾਂ ਚੀਜ਼ਾਂ ਦਾ ਕੀ ਕੰਮ? ਸੰਗਤ ਵੀ ਬੜੀ ਹੈਰਾਨ ਹੋਈ ਏ। ਉਹ ਦੋਏ ਕਲੰਦਰ ਲੈ ਕੇ ਬਾਂਦਰ ਨੂੰ ਅਤੇ ਰਿੱਛ ਨੂੰ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੇ ਜੋ ਬੇਨਤੀ ਕੀਤੀ ਹੈ ਸੁਣਿਓ ਜਰਾ।
ਬੈਠੇ ਸੀ, ਮੱਥਾ ਆਣ ਟੇਕਿਆ ਦੋ ਕਲੰਦਰਾਂ। ਰਿੱਛ ਤੇ ਬਾਂਦਰ ਨੂੰ ਲੈ ਕੇ ਹਾਜ਼ਰ ਹੋਏ ਤੇ ਦੀਵਾਨ ਸਜਿਆ ਹੋਇਆ ਸੀ। ਸੰਗਤ ਬੜੀ ਹੈਰਾਨ ਆ ਕਿ ਇਹ ਕਿੱਧਰ? ਮਹਾਰਾਜ ਜੀ ਦੇ ਚਰਨਾਂ 'ਚ ਆਏ ਨੇ। ਜਾਣੀ ਜਾਣ ਨੇ ਪੁੱਛਿਆ ਕਿ ਆਓ ਭਾਈ, ਇਹ ਜੀਵ ਕਿਉਂ ਲਿਆਂਦੇ ਨੇ, ਇਹ ਜਾਨਵਰ ਕਿਉਂ ਲਿਆਂਦੇ ਆ ਇੱਥੇ? ਉਹ ਕਹਿਣ ਲੱਗੇ ਮਹਾਰਾਜ ਅਸੀਂ ਸੁੱਖਣਾ ਲਾਉਣ ਵਾਸਤੇ ਆਏ ਆ। ਸੁੱਖਣਾ ਕਿ ਇਹਨਾਂ ਨਾਲ ਸੁੱਖਣਾ? ਹਾਂਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਬੈਠੋ, ਉਧਰ ਸਮਾਪਤੀ ਹੁੰਦੀ ਆ। ਬਾਅਦ ਵਿੱਚ ਹਜ਼ੂਰ ਪਾਤਸ਼ਾਹ ਨੇ ਉਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਭਾਈ ਇਹ ਕਿਉਂ ਲਿਆਂਦੇ ਨੇ? ਫਿਰ ਉਹਨਾਂ ਨੇ ਦੱਸਿਆ ਕਿ ਮਹਾਰਾਜ 8-8 9-9 ਮਹੀਨੇ ਪਹਿਲਾਂ ਇਹ ਦੋਨੇ ਬਾਂਦਰ ਤੇ ਰਿੱਛ ਅਸੀਂ ਜੰਗਲਾਂ 'ਚੋਂ ਫੜੇ ਸਨ ਅਤੇ ਫੜ ਕੇ ਇਹ ਸੁੱਖਣਾ ਸੁੱਖੀ ਸੀ ਕਿ ਇਹਨਾਂ ਨੂੰ ਪਾਲਾਂਗੇ, ਪੋਸ਼ਾਂਗੇ ਅਤੇ ਇਹਨਾਂ ਨੂੰ ਸਿਖਾਵਾਂਗੇ। ਪਿੰਡਾਂ ਸ਼ਹਿਰਾਂ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਦਾ ਪਹਿਲਾ ਤਮਾਸ਼ਾ ਆਪ ਜੀ ਨੂੰ, ਆਪ ਜੀ ਦੇ ਸੰਗਤ ਦੇ ਅੱਗੇ ਦਿਖਾਉਣਾ। ਇਹ ਅਸੀਂ ਸੁੱਖਣਾ ਸੁੱਖ ਕੇ ਆਇਆ। ਮਹਾਰਾਜ ਜੀਓ ਕਿਰਪਾ ਕਰੋ ਸਾਨੂੰ ਤਮਾਸ਼ਾ ਦਿਖਾਉਣ ਦੀ ਆਗਿਆ ਦਿੱਤੀ ਜਾਵੇ। ਤੇ ਮਹਾਰਾਜ ਜੀ ਨੇ ਸਮਾਪਤੀ ਤੋਂ ਬਾਅਦ ਉਹ ਦੋਨਾਂ ਕਲੰਦਰਾਂ ਨੂੰ ਤਮਾਸ਼ਾ ਦਿਖਾਉਣ ਦੀ ਆਗਿਆ ਦਿੱਤੀ ਹੈ। ਪਹਿਲਾਂ ਬਾਂਦਰ ਵਾਲੇ ਨੇ ਬਾਂਦਰ ਦਾ ਤਮਾਸ਼ਾ ਦਿਖਾਇਆ। ਉਹਨੇ ਉਹ ਕਰਤੱਬ ਦਿਖਾਏ, ਉਹ ਟਪੂਸੀਆਂ ਮਾਰੀਆਂ, ਨਾਚ ਭੰਗੜਾ ਕਰਕੇ ਦਿਖਾਇਆ ਤੇ ਸੰਗਤ ਦੀਆਂ ਵੱਖੀਆਂ ਟੁੱਟ ਗਈਆਂ ਹੱਸ ਹੱਸ ਕੇ। ਫਿਰ ਵਾਰੀ ਆਈ ਹੈ ਰਿੱਛ ਦੀ, ਭਾਲੂ ਦੀ। ਉਹਨਾਂ ਨੇ ਬੰਦਿਆਂ ਵਾਂਗ ਭੰਗੜਾ ਪਾਇਆ, ਬੜੇ ਹੋਰ ਤਮਾਸ਼ੇ ਕਰ ਕਰਕੇ ਦਿਖਾਏ। ਸੰਗਤ ਬੜੀ ਖੁੱਲ ਕੇ ਹੱਸੀ। ਇਹ ਵੀ ਸੰਗਤ ਦਾ ਹੀ ਅਸਰ ਹੈ। ਪੰਛੀਆਂ ਨੂੰ, ਜਾਨਵਰਾਂ ਨੂੰ ਸਿਖਾ ਲੈਣਾ। ਤੋਤੇ ਸਤਨਾਮ ਵਾਹਿਗੁਰੂ ਕਹਿੰਦੇ ਨੇ, ਧੰਨ ਬਾਬਾ ਦੀਪ ਸਿੰਘ ਜੀ ਕਹਿੰਦੇ ਨੇ, ਵਾਹਿਗੁਰੂ ਕਹਿੰਦੇ ਨੇ, ਹੋਰ ਬੜਾ ਕੁਝ ਕਹਿੰਦੇ ਨੇ। ਸੰਗਤ ਦਾ ਅਸਰ ਹੈ ਸਾਧ ਸੰਗਤ ਜੀ, ਸੰਗਤ ਦਾ। ਜਿਵੇਂ ਸਾਡੇ ਮਨਾਂ ਤੇ ਹੁੰਦਾ ਨਾ, ਸਾਡੇ ਤਨਾ ਮਨਾਂ ਤੇ ਹੁੰਦਾ ਹੈ, ਜੀਵਾਂ ਜੰਤੂਆਂ ਦੇ ਵੀ ਤਨਾ ਮਨਾਂ ਤੇ ਹੁੰਦਾ ਹੈ। ਆਪ ਦੇਖਦੇ ਹੋ ਕਿ ਦੋ ਤਰ੍ਹਾਂ ਦੇ ਜਾਨਵਰ ਨੇ। ਇੱਕ ਤਾਂ ਜੰਗਲੀ ਨੇ ਜਿਹੜੇ ਜੰਗਲਾਂ 'ਚ ਰਹਿੰਦੇ ਨੇ, ਇੱਕ ਪਾਲਤੂ ਨੇ ਜਿਹੜੇ ਆਪਾਂ ਪਿੰਡਾਂ ਵਿੱਚ ਰੱਖਦੇ ਵੀ ਉਹਨਾਂ ਨੂੰ। ਫਰਕ ਇਹ ਹੁੰਦਾ ਵੀ ਜਿਹੜੇ ਜੰਗਲੀ ਨੇ ਨਾ, ਉਹਨਾਂ ਨੇ ਇਨਸਾਨ ਦੀ ਸੰਗਤ ਨਹੀਂ ਕੀਤੀ ਹੁੰਦੀ, ਜਰਾ ਅਬੈੜੇ ਹੁੰਦੇ ਨੇ, ਕੋਲ ਜਾਓ ਮਾਰਨ ਨੂੰ ਪੈਂਦੇ ਨੇ, ਵੱਢ ਖਾਣ ਨੂੰ ਪੈਂਦੇ ਨੇ। ਇਨਸਾਨ ਦਾ ਸਾਥ ਨਹੀਂ ਮਾਣਿਆ ਹੁੰਦਾ ਇਸ ਕਰਕੇ। ਤੇ ਜਿਹੜੇ ਆਪਣੇ ਪਿੰਡਾਂ ਵਿੱਚ ਰੱਖੇ ਹੁੰਦੇ ਨੇ, ਬਲਦ ਲਾ ਲਓ, ਘੋੜੇ ਲਾ ਲਓ, ਹੋਰ ਮੱਝਾਂ ਗਾਵਾਂ ਲਾ ਲਓ, ਇਹ ਨਹੀਂ ਮਾਰਨ ਨੂੰ ਪੈਂਦੇ ਕਿਉਂਕਿ ਇਹ ਇਨਸਾਨ ਦੇ ਨਾਲ ਰਹਿ ਕੇ ਉਹੋ ਜਿਹੇ ਬਣ ਜਾਂਦੇ ਨੇ। ਥਾਪੀ ਦੋ ਚੋਲੋ, ਥਾਪੀ ਦੋ ਰੱਸਾ ਖੋਲੋ, ਜੋੜ ਲਓ, ਕੰਮ ਕਰਵਾਓ। ਜਿੱਥੇ ਸਾਧ ਸੰਗਤ ਜੀ ਸਾਡੇ ਇਨਸਾਨੀ ਮਨਾਂ ਤੇ ਅਸਰ ਹੁੰਦਾ ਨਾ, ਸੰਗਤ ਦਾ ਬਾਣੀ ਦਾ ਇਹਨਾਂ ਤੇ ਵੀ ਹੁੰਦਾ ਹੈ। ਉਹ ਭਾਵੇਂ ਕਹਿ ਚੁੱਕੀਆਂ ਗਾਥਾ, ਸੱਚੇ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਗਏ, ਉੱਥੇ ਪੰਡਤ ਜਨਾਂ ਨੂੰ ਆਰਤੀ ਕੀ ਹੈ ਤਾਂ ਭਾਈ ਆਪਣੇ ਆਪ ਹੋ ਰਹੀ ਹੈ। ਤੁਸੀਂ ਐਵੇਂ ਕਾਹਨੂੰ ਆ ਮੋਮਬੱਤੀਆਂ ਵਾਲੀਆਂ ਦੀਵੇ ਵਾਲੇ ਨੇ ਥਾਲਕ ਮਾਰ ਰਹੇ ਹੋ? ਇਹ ਤਾਂ ਆਪਣੇ ਆਪ ਹੋਈ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਇਹ ਤਾਂ ਆਪਣੇ ਆਪ ਹੋ ਰਹੀ ਹੈ। ਉਹਨਾਂ ਨੂੰ ਸਮਝਾ ਕੇ ਮਹਾਰਾਜ ਜੀ ਇੱਕ ਜਗ੍ਹਾ ਆ ਕੇ ਕੀਰਤਨ ਲੱਗੇ ਕਰਨ ਨਾਲ ਮਰਦਾਨਾ। ਜਦੋਂ ਸਮਾਪਤੀ ਤੇ ਪਹੁੰਚੇ ਨੇ, ਇੱਕ ਮੁਰਦਾ ਪਿਆ ਜਿਸ ਨੂੰ ਇੱਕ ਬਘਿਆੜ ਖਾਣ ਵਾਸਤੇ ਆਇਆ। ਉਹ ਜਦੋਂ ਖਾਣ ਲੱਗਿਆ ਉਹਨੇ 4 ਚੁਫੇਰੇ ਉਹ ਮੁਰਦੇ ਨੂੰ ਸੁੰਘਿਆ, ਪਰ ਉਹਨੇ ਖਾਧਾ ਨਹੀਂ, ਛੱਡ ਕੇ ਚਲੇ ਗਿਆ। ਮਰਦਾਨਾ ਦੇਖ ਰਿਹਾ ਸੀ ਵੀ ਬਘਿਆੜ ਤਾਂ ਕੋਈ ਚੀਜ਼ ਛੱਡਦਾ ਨਹੀਂ, ਨੂੰ ਮਿਲੀ ਤਾਂ ਸਹੀ ਮਾਸ। ਉਹਨੇ ਸਮਾਪਤੀ ਦੇ ਬਾਅਦ ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ ਇਹ ਬਘਿਆੜ ਤਾਂ ਕੋਈ ਚੀਜ਼ ਛੱਡਦਾ ਨਹੀਂ, ਇਹਨੇ ਆ ਮੁਰਦਾ ਕਿਉਂ ਛੱਡ ਦਿੱਤਾ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਰਦਾਨਿਆ ਬਘਿਆੜ ਦਾ ਮੈਲਾ ਮਨ ਨਿਰਮਲ ਹੋ ਗਿਆ। ਆਖੀ ਮਹਾਰਾਜ ਉਹ ਕਿਵੇਂ? ਭਾਈ ਜਦੋਂ ਅਸੀਂ ਤੇ ਤੂੰ ਆ ਕੀਰਤਨ ਕਰ ਰਹੇ ਸੀ, ਬਾਣੀ ਦੇ ਬੋਲ ਉਹਦੇ ਕੰਨਾਂ 'ਚ ਪੈ ਗਏ, ਉਹਨੂੰ ਸੋਝੀ ਆ ਗਈ ਕੀ ਖਾਣਾ ਕੀ ਨਹੀਂ ਖਾਣਾ। ਇਸ ਕਰਕੇ ਉਹਦਾ ਮਨ ਮੈਲੇ ਤੋਂ ਨਿਰਮਲ ਹੋ ਗਿਆ, ਉਹਨੂੰ ਛੱਡ ਕੇ ਚਲੇ ਗਿਆ। ਗੱਲਾਂ ਕਰਦੇ ਕਰਦੇ ਕਈ ਬਘਿਆੜ ਹੋਰ ਆਏ ਜਿਹੜੇ ਨੋਚ ਕੇ ਮੁਰਦੇ ਨੂੰ ਖਾ ਗਏ। ਸੋ ਜਿੱਥੇ ਬਾਣੀ ਦਾ, ਸੰਗਤ ਦਾ ਅਸਰ ਸਾਡੇ ਆਪਣੇ ਤਨਾਂ ਮਨਾਂ ਦੇ ਉੱਤੇ ਹੁੰਦਾ, ਉੱਥੇ ਜੀਵਾਂ ਜੰਤੂਆਂ ਤੇ ਵੀ ਹੁੰਦਾ। ਇਹਨਾਂ ਨੂੰ ਵੀ ਸਿਖਲਾਈ ਦੇ ਕੇ ਲੈ ਕੇ ਆਏ ਨੇ। ਸਿਖਲਾਈ ਲਿਆਂਦੀ ਜਦੋਂ ਰਿੱਛ ਦੇ ਬਾਂਦਰ ਨੇ ਆਪਣਾ ਆਪਣਾ ਤਮਾਸ਼ਾ ਦਿਖਾਇਆ, ਸੰਗਤ ਬੜੀ ਖੜਖੜਾ ਕੇ ਹੱਸੀ। ਸੰਗਤ ਬੜੀ ਖੜਖੜਾ ਕੇ ਹੱਸੀ ਏ। ਭਾਈ ਕੀਰਤੀਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਚੌਰ ਕਰ ਰਹੇ ਸਨ, ਚੌਰ। ਉਹ ਆਪੇ ਤੋਂ ਬਾਹਰ ਹੋ ਕੇ ਇੰਨਾ ਕੁ ਹੱਸਣ ਲੱਗਿਆ ਕਿ ਉਹਦੇ ਹੱਥੋਂ ਚੌਰ ਕਰਦੇ ਕਰਦੇ ਇਹਦੇ ਚੌਰ ਡਿੱਗ ਪਿਆ। ਜਦੋਂ ਚੌਰ ਡਿੱਗ ਪਿਆ, ਉਹਨੇ ਕਾਹਲੀ ਨਾਲ ਤੇਜ਼ੀ ਨਾਲ ਸੰਭਲ ਕੇ ਚੱਕਿਆ। ਫਿਰ ਮਹਾਰਾਜ ਜੀ ਨੂੰ ਚੌਰ ਲੱਗ ਗਿਆ ਕਰਨ ਤੇ ਫਿਰ ਤਮਾਸ਼ਿਆਂ ਦੇ ਵਿੱਚ ਰੁੱਝ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਕੀਰਤੀਆ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ? ਉਹ ਕਹਿਣ ਲੱਗਿਆ, ਮਹਾਰਾਜ ਸਮਾਂ ਹੀ ਖੁਸ਼ੀ ਦਾ ਬਣਿਆ ਹੋਇਆ। ਅਗੇ ਕਿਵੇਂ? ਅਗੇ ਮਹਾਰਾਜ ਜੀ ਆ ਪਹਿਲੀ ਵਾਰ ਮੈਂ ਆ ਰਿੱਛ ਤੇ ਬਾਂਦਰ ਦਾ ਤਮਾਸ਼ਾ ਦੇਖ ਰਿਹਾ ਤੁਹਾਡੇ ਦਰਬਾਰ ਦੇ ਵਿੱਚ, ਮੈਂ ਕਦੇ ਪਹਿਲਾਂ ਨਹੀਂ ਦੇਖਿਆ। ਸਾਰੀ ਸੰਗਤ ਹੱਸ ਰਹੀ ਆ, ਮੈਂ ਵੀ ਖਿੜਖੜਾ ਕੇ ਹੱਸ ਰਹੀ। ਮਹਾਰਾਜ ਕਹਿਣ ਲੱਗੇ, ਅੱਛਾ ਭਾਈ
ਹੱਸਣਾ ਤਾਂ ਚੰਗੀ ਗੱਲ ਹੈ ਸਿਹਤ ਲਈ ਸਾਰੇ ਪਾਸੇ ਨੂੰ, ਪਰ ਤੈਨੂੰ ਪਤਾ ਆ ਜਿਹੜਾ ਤੂੰ ਰਿੱਛ ਦੇਖ ਰਿਹਾ ਇਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਦਾ ਕੋਈ ਤੈਨੂੰ ਆਪਣੱਤ ਨਜ਼ਰ ਆਉਂਦੀ ਆ, ਆਪਣੱਤ ਆਪਣਾਪਣ। ਉਹ ਕਹਿਣ ਲੱਗਿਆ ਮਹਾਰਾਜ ਆਪਣੱਤ ਆਪਣਾਪਣ ਕਾਹਦਾ, ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰ ਰਿੱਛ ਦੇਖਿਆ, ਅੱਜ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਮਹਾਰਾਜ ਪਹਿਲੀ ਵਾਰ ਜ਼ਿੰਦਗੀ 'ਚ ਅੱਜ ਮੈਂ ਰਿੱਛ ਦੇਖਿਆ, ਆਪਣੱਤ ਕਾਹਦੀ। ਸਤਿਗੁਰੂ ਕਹਿਣ ਲੱਗੇ ਆਪਣੱਤ ਹੈਗੀ ਆ, ਇਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਧਿਆਨ ਨਾਲ ਦੇਖ, ਤੈਨੂੰ ਕੋਈ ਰਿਸ਼ਤਾ ਨਜ਼ਰ ਆਉਂਦਾ ਹੈ। ਉਹਨੇ ਧਿਆਨ ਨਾਲ ਦੇਖਿਆ, ਕਹਿਣ ਲੱਗਿਆ ਨਹੀਂ ਮਹਾਰਾਜ ਇਹਦੇ ਨਾਲ ਸਾਡਾ ਕਾਹਦਾ ਰਿਸ਼ਤਾ, ਸਾਡੇ ਤਾਂ ਕਦੇ ਖਾਨਦਾਨ ਨੇ ਨਾ ਦੇਖਿਆ ਉਹਨੇ ਨਾ ਹੀ ਕਦੇ ਰੱਖਿਆ, ਇਹ ਰੱਖਿਆ ਹੋਵੇ ਤਾਂ ਵੀ ਮੰਨ ਲਈਏ ਕਿ ਸਾਡਾ ਇਹਦੇ ਨਾਲ ਮਾੜਾ ਮੋਟਾ ਸੰਬੰਧ ਰਿਹਾ ਹੋਵੇ, ਨਹੀਂ ਮਹਾਰਾਜ ਸਾਡਾ ਕੋਈ ਇਹਦੇ ਨਾਲ ਰਿਸ਼ਤਾ ਨਹੀਂ। ਸਤਿਗੁਰੂ ਕਹਿਣ ਲੱਗੇ ਹੈਗਾ। ਉਧਰ ਬਾਂਦਰਾਂ ਅਤੇ ਕਲੰਦਰਾਂ ਨੇ ਕਰ ਦਿੱਤਾ ਏ ਤਮਾਸ਼ਾ ਬੰਦ, ਸੰਗਤ ਵੀ ਸੁਣ ਤੋਂ ਸੁਣਤੀ ਚੁੱਪ ਕਰ ਗਈ ਏ ਸਾਰੀ ਸ਼ਾਂਤੀ। ਮਹਾਰਾਜ ਜੀ ਦੇ ਕੀਰਤੀਆਂ ਦੇ ਵਾਰਤਾਲਾਪ ਹੋ ਰਹੇ ਨੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੇਰਾ ਇਹਦੇ ਨਾਲ ਰਿਸ਼ਤਾ ਹੈਗਾ ਏ। ਕਿ ਮਹਾਰਾਜ ਮੇਰਾ ਕਾਹਦਾ ਰਿਸ਼ਤਾ ਏ। ਸਤਿਗੁਰੂ ਮਹਾਰਾਜ ਜੀ ਨੇ ਫਿਰ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਭਾਈ ਕੀਰਤੀਆ ਜੀ ਬਾਂਦਰ ਦੇ ਨਾਲ ਜਿਹੜਾ ਰਿੱਛ ਚ ਗੁੱਸੀਆਂ ਮਾਰ ਮਾਰ ਕੇ ਨੱਚ ਰਿਹਾ ਤੇਰਾ ਆਪਣਾ ਪਿਤਾ ਏ ਸੋਭਾ ਰਾਮ। ਜਦੋਂ ਇੰਨੀ ਗੱਲ ਕਹਿ ਦਿੱਤੀ ਤੇ ਕੀਰਤੀਆ ਜੀ ਹਰਖ ਗਏ, ਹਰਖ ਗੁੱਸੇ ਵਿੱਚ ਆ ਗਏ। ਇਹਨਾਂ ਨੇ ਉਸੇ ਵੇਲੇ ਚੌਰ ਰੱਖ ਦਿੱਤਾ। ਜਦੋਂ ਚੌਰ ਰੱਖ ਦਿੱਤਾ ਮਹਾਰਾਜ ਕਹਿਣ ਲੱਗੇ ਭਾਈ ਕੀ ਹੋਇਆ, ਗੁੱਸਾ ਕਰ ਗਿਆ। ਗੁੱਸਾ ਕਰਨ ਵਾਲੀ ਗੱਲ ਨਹੀਂ। ਕਹਿਣ ਲੱਗਿਆ ਸੱਚੇ ਪਾਤਸ਼ਾਹ ਮਹਾਰਾਜ ਗੱਲੇ ਗੁੱਸੇ ਵਾਲੀ ਹੈ। ਮੈਂ ਇਸ ਕਰਕੇ ਨਹੀਂ ਗੁੱਸਾ ਕਰ ਰਿਹਾ ਕਿ ਰਿੱਛ ਮੇਰਾ ਆਪਣਾ ਪਿਤਾ, ਮੈਂ ਇਸ ਗੱਲ ਦਾ ਹਰਖ ਲੈ ਕੇ ਆ ਰਿਹਾ ਮਹਾਰਾਜ ਮੇਰੇ ਪਿਤਾ ਨੇ ਤੁਹਾਡੇ 7ਵੇਂ 8ਵੇਂ 9ਵੇਂ ਅਤੇ ਵਿੱਚ ਰਲਾ ਕੇ ਤੁਹਾਡੇ 4 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਤੇ ਫਾਇਦਾ ਕੀ ਹੋਇਆ, ਲਾਭ ਕੀ ਹੋਇਆ। ਮੇਰਾ ਪਿਤਾ ਫੇਰ ਵੀ ਰਿੱਛ ਦੀ ਜੁੰਨੀ ਪੈ ਗਿਆ, ਤੁਹਾਡੀ ਸੰਗਤ ਕਰਨ ਦਾ ਫਿਰ ਕੀ ਫਾਇਦਾ ਹੋਇਆ। ਅੱਜ ਮੇਰਾ ਪਿਤਾ ਰਿੱਛ ਦੀ ਜੂਨੀ ਵਿੱਚ ਪਿਆ ਤੇ ਮੇਰੇ ਲਈ ਤਾਂ ਫਿਰ ਬਾਂਦਰ ਦੀ ਜੂਨੀ ਤਿਆਰ ਆ। ਮਹਾਰਾਜ ਮੈਂ ਤੁਹਾਡੀ ਸੇਵਾ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਕੀਰਤੀਆ ਜੀ ਇੰਜ ਨਹੀਂ ਹੁੰਦਾ, ਇੰਜ ਨਹੀਂ ਹੁੰਦਾ ਕਿ ਤੁਸੀਂ ਬਾਂਦਰ ਦੀ ਜੂਨ ਪਾਉਂਗੇ। ਇਹ ਤਾਂ ਜੈਸਾ ਬੀਜਿਆ ਸੋ ਲੁਣਾ, ਕਰਮਾਂ ਸੰਧਣਾ ਖੇਤ ਆ। ਜਿਹੋ ਜਿਹਾ ਕੋਈ ਇਨਸਾਨ ਬੀਜੇਗਾ ਉਹਨੂੰ ਵੱਢਣਾ ਵੀ ਤਾਂ ਹੋ ਜਾ ਪੈਣਾ ਹੈ। ਹੋਰ ਵੀ ਸਿੱਖ ਨਜ਼ਦੀਕ ਆ ਗਏ ਨੇ ਤੇ ਗੱਲਾਂ ਚੱਲਦੀਆਂ ਦੇ ਵਿੱਚ ਫਿਰ ਕੀਰਤੀਆ ਨੇ ਮਹਾਰਾਜ ਨੂੰ ਪੁੱਛਣਾ ਕੀਤਾ ਕਿ ਸੱਚੇ ਪਾਤਸ਼ਾਹ ਚਲੋ ਮੰਨਿਆ ਕਿ ਮੇਰਾ ਪਿਤਾ ਰਿੱਛ, ਮੈਂ ਮੰਨ ਲੈਣਾ, ਪਰ ਮਹਾਰਾਜ ਇਹੋ ਜਿਹੀ ਕਿਹੜੀ ਗੱਲ ਹੋ ਗਈ ਸੀ ਕਿ ਮੇਰੇ ਪਿਤਾ ਜੀ ਨੂੰ ਰਿੱਛ ਦੀ ਜੂਨੀ ਦੇ ਵਿੱਚ ਪੈਣਾ ਪੈ ਗਿਆ। ਅਸਤ ਸੰਗਤ ਜੀ ਬੰਦਰਾਂ ਵਿੱਚ ਆਖਿਆ ਸੀ ਨਾ ਰੱਬ ਦੇ ਬੰਦਿਆਂ ਨੂੰ ਰੱਬ ਜਾਣੀਏ, ਬਹੁਤੇ ਟਿੱਚ ਕਰਕੇ ਜਾਣਦੇ ਨੇ, ਪਤਾ ਨਹੀਂ ਪ੍ਰਮਾਤਮਾ ਕਿਹਦੀ ਰਸਨਾ ਦੇ ਉੱਤੇ ਕਦੋਂ ਵਸਿਆ ਹੁੰਦਾ ਹੈ। ਇਸ ਕਰਕੇ ਸਤ ਸੰਗਤ ਜੀ ਕਿਸੇ ਨੂੰ ਵਾਧੀਆਂ ਘਾਟੀਆਂ ਕਹਿਣ ਦੀ ਜਾਂ ਕਰਨ ਦੀ ਲੋੜ ਨਹੀਂ, ਉਹ ਵੀ ਹਰ ਗੁਰੂ ਦਰਬਾਰ ਦੇ ਵਿੱਚ ਸੋਭਾ ਰੱਬ ਨੇ ਇਹੋ ਜਿਹਾ ਕੁਝ ਕੀਤਾ। ਕੀਰਤੀਆ ਜੀ ਕਹਿਣ ਲੱਗੇ ਮਹਾਰਾਜ ਏਦਾਂ ਦੀ ਕਿਹੜੀ ਗੱਲ ਹੋ ਗਈ ਸੀ ਕਿ ਮੇਰੇ ਪਿਤਾ ਜੀ ਨੂੰ ਸਿੱਧੀ ਰਿੱਛ ਦੀ ਜੂਨੀ ਦੀ ਪ੍ਰਾਪਤ ਹੋ ਗਈ ਹੈ, ਰਿੱਛ ਦੀ ਜੂਨੀ ਵਿੱਚ ਪੈਣਾ ਪੈ ਗਿਆ। ਕੀਰਤੀਆ ਜੀ ਰੋ ਰਹੇ ਨੇ। ਹੋਰ ਮੋਹਤਵਰ ਸਿੱਖ ਉੱਠ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ। ਕੀਰਤੀਏ ਵੱਲ ਦੇਖ ਕੇ ਉਹਨਾਂ ਨੇ ਵੀ ਬੇਨਤੀ ਕੀਤੀ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਣਾ ਕਰੋ ਤਾਂ ਕਿ ਸਾਨੂੰ ਵੀ, ਅਸੀਂ ਵੀ ਆਪ ਜੀ ਦੇ ਸਿੱਖਾਂ ਕਿ ਸਾਤੋਂ ਵੀ ਕੋਈ ਵਾਧੀ ਘਾਟੀ ਜਾਂ ਗਲਤੀ ਨਾ ਹੋ ਜਾਵੇ। ਤੇ ਇਹਦੇ ਪਿਤਾ ਸੋਭਾ ਰਾਮ ਨੇ ਗਲਤੀ ਕੀਤੀ ਕੀ ਸੀ। ਲਓ ਸੱਚੇ ਪਾਤਸ਼ਾਹ ਮਹਾਰਾਜ ਭਰੇ ਦਰਬਾਰ ਵਿੱਚ ਸੋਭਾ ਰਾਮ ਦੀ ਜੋ ਗੁਸਤਾਖੀ ਹੋਈ ਸੀ, ਗਲਤੀ ਹੋਈ ਸੀ, ਉਹਦੇ ਬਾਬਤ ਦੱਸਣ ਲੱਗੇ ਨੇ। ਕਵਿਤਾ ਦੇ ਵਿੱਚ ਮੇਰੇ ਸਾਥੀ ਸਿੱਖ ਕਹਿ ਰਹੇ ਨੇ, ਸੁਣਿਓ ਜਰਾ। ਕਹਿੰਦੇ ਕਥਾ ਸੁਣੋ
ਛਲੀਏ ਨੂੰ ਜੁਨੀ ਮਿਲ ਗਈ ਵੇ ਛਲੀਏ ਨੂੰ ਕਰਮਾਂ ਦਾ ਫਲ ਪਾ ਲਿਆ ਮੱਤਾ ਬੋਲਣਾ ਮੰਦਾ ਬੋਲਣਾ ਕਿਸੇ ਨੂੰ ਕੱਲ ਬੋਲੀਏ ਮੰਦਾ ਬੋਲਣਾ ਕਿਸੇ ਨੂੰ ਕਦੇ ਬੋਲੀਏ ਸਾਰਿਆਂ ਚ ਰੱਬ ਵਸਦਾ 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 ਇੱਕ ਇੱਕ ਅੱਖਰ ਬਾਣੀ ਦਾ ਇਹੋ ਦੱਸਦਾ ਇੱਕ ਇੱਕ ਅੱਖਰ ਬਾਣੀ ਦਾ ਇਹੋ ਦੱਸਦਾ ਇੱਕ ਇੱਕ ਅੱਖਰ ਬਾਣੀ ਦਾ ਇਹੋ ਦੱਸਦਾ ਰੋਂਦੇ ਹੋਏ ਭਾਈ ਕੀਰਤੀਏ ਨੇ ਤੇ ਹੋਰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਵੀ ਸੁਚੇਤ ਹੋ ਜਾਈਏ, ਦੱਸਣਾ ਕਰੋ ਕਿ ਵਾਕਿਆ ਹੀ ਤੁਹਾਡਾ 4 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ, ਇਹ ਰਿਛ ਦੀ ਜੂਨੀ ਦਾ ਕਾਰਨ ਕੀ ਬਣਿਆ? ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਕਿ ਭਾਈ ਇਹ ਵੀ ਆਪਣੀ ਜਵਾਨ ਕਰਕੇ ਬਣਿਆ। ਉਹ ਦੂਸਰੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੀ ਗਾਥਾ ਸੁਣੀ ਸੀ, ਜਿਹੜਾ ਸਿੱਖ ਹੁੰਦਾ ਸੀ ਮਾਣਾ, ਉਹ ਵੀ ਕਿਵੇਂ ਦੇਖਦਾ ਨਹੀਂ ਸੀ ਕਿਹਨੂੰ ਕੀ ਬੋਲਣਾ, ਬਸ ਬੋਲ ਦੇਣਾ, ਦਿਲੇ ਦਿਖਾਉਂਦਾ ਰਹਿੰਦਾ ਸੀ। ਸੰਗਤ ਨੇ ਕਈ ਵਾਰ ਬੇਨਤੀ ਵੀ ਕੀਤੀ, ਮਹਾਰਾਜ ਮਾਣਾ ਇੰਜ ਕਹਿੰਦਾ, ਜਦੋਂ ਗਾਲੀ ਗਲੋਚ ਤੇ ਉਤਰਿਆ ਫੇਰ ਆਖਿਆ ਮਾਣੇ ਨੂੰ ਮਾਰਾ ਸਮਝਾਉਣਾ ਕਰਦੇ, ਮਹਾਰਾਜ ਮੈਂ ਥੋੜੀ ਇਹਨਾਂ ਦੀ ਸੇਵਾ ਕਰਨੀ, ਮੈਂ ਤਾਂ ਪਾਣੀ ਨਾ ਪਾ ਕੇ ਦੇਵਾਂ ਕਿਸੇ ਨੂੰ, ਮੈਂ ਤੁਹਾਡੀ ਕਰਨੀ ਹੈ। ਮਹਾਰਾਜ ਕਹਿਣ ਲੱਗੇ ਭਾਈ ਸਾਡੇ ਜਦ ਸੰਗਤ 'ਚ ਤਾਂ ਕੋਈ ਫਰਕ ਨਹੀਂ, ਇੰਜ ਨਾ ਕਰਿਆ ਕਰੋ। ਉਹ ਨਹੀਂ ਮੰਨਿਆ, ਜਦ ਨਾ ਆੜਿਆ ਮਹਾਰਾਜ ਕਹਿੰਦੇ ਜਾਂ ਫਿਰ ਇਹਦੇ ਨਾਲੋਂ ਚੰਗਾ ਸੜ ਮਾਰ ਕਿਤੇ ਬਣਾ ਵਿੱਚ ਜਾ ਕੇ ਚਿਖਾ ਬਣਾ ਕੇ। ਉਹ ਸਾਰੀ ਗਾਥਾ ਆਪ ਜੀ ਨੇ ਵੈਸੇ ਸੁਣੀ ਆ, ਜਾ ਕੇ ਚਿਖਾ ਬਣਾ ਲੈਂਦਾ, ਘੁੰਮਦਾ ਫਿਰੀ ਜਾਂਦਾ। ਕਿਤੇ ਸੌਖਾ ਗੁਰੂ ਦਾ ਹੁਕਮ ਮੰਨਣਾ, ਸੌਖਾ ਥੋੜੀ ਆ, ਅਤੇ ਸੌਖੇ ਸੌਖੇ ਅਸੀਂ ਸਾਰੇ ਮੰਨ ਲੈਂਦੇ ਆ, ਉਹ ਆਪ ਜਾਣਦੇ ਆ। ਭਾਈ ਨੰਦ ਰਾਮ ਕਿਤੇ ਕੰਧ ਲਿਪਰਿਆ ਸੀ, ਸੱਚੇ ਪਾਤਸ਼ਾਹ ਸੰਗਤ ਸਮੇਤ ਗੁਜਰੇ, ਉਹਨੇ ਕਿਤੇ ਧਿਆਨ ਨਾ ਦਿੱਤਾ, ਲਿਪਦੇ ਨੇ ਇੱਕ ਥੋਪਾ ਜਦੋਂ ਗਾਰੇ ਦਾ ਲਾਇਆ ਤੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਛੱਟੇ ਪੈ ਗਏ। ਔਖਾ ਮਹਾਰਾਜ ਦਾ ਹੁਕਮ ਮੰਨਣਾ। ਜਦੋਂ ਛੱਟੇ ਪੈ ਗਏ, ਸਤਿਗੁਰੂ ਕਹਿਣ ਲੱਗੇ ਕਿੱਦਾਂ ਦਾ ਬੰਦਾ, ਇਹਨੂੰ ਪਤਾ ਹੋਣਾ ਚਾਹੀਦਾ ਸੰਗਤ ਜਾ ਰਹੀ ਆ, ਮਿੰਟ ਰੁਕ ਜਾਂਦਾ, ਇਹਦੇ ਇੱਕ ਚਪੇੜ ਮਾਰੋ। ਇੱਕ ਚਪੇੜ ਕਿਹਾ, ਸੰਗਤ ਟੁੱਟ ਕੇ ਪੈ ਗਈ, ਕਸੁੰਨ ਮੁੱਕਿਆ। ਮਹਾਰਾਜ ਜੀ ਨੇ ਫਿਰ ਉੱਚੀ ਆਵਾਜ਼ ਆ ਕੇ ਰੁਕੋ, ਇਹ ਕੀ ਕਰਦੇ ਹੋ? ਤੁਹਾਨੂੰ ਇੱਕ ਚਪੇੜ ਮਾਰਨ ਨੂੰ ਕਿਹਾ ਸੀ। ਉਹ ਕਹਿਣ ਲੱਗੇ ਮਹਾਰਾਜ ਤੁਹਾਡਾ ਹੁਕਮ ਸੀ, ਤੁਸੀਂ ਨਾਂ ਨਹੀਂ ਨਾ ਲਿਆ ਕਿਸੇ ਦਾ। ਸੱਚੇ ਪਾਤਸ਼ਾਹ ਇਹਨੇ ਇੰਜ ਕੀਤਾ, ਇਹਨੇ ਇੰਜ ਕੀਤਾ। ਮਹਾਰਾਜ ਕਹਿਣ ਲੱਗੇ ਭਾਈ ਠੀਕ ਆ, ਗਲਤੀ ਕੋਈ ਵੀ ਕਰ ਸਕਦਾ, ਪਰ ਇੱਕ ਚਪੇੜ ਦੇ ਮਾਰਨ ਦੇ ਬਦਲੇ ਤੁਸੀਂ ਤਾਂ ਉਹਦੇ ਪਾਸੇ ਭੰਨ ਕੇ ਰੱਖ ਦਿੱਤੇ, ਹੈ ਜਾਂ ਕਿਉਂ? ਉਹ ਕਹਿਣ ਲੱਗੇ ਮਹਾਰਾਜ ਤੁਹਾਡਾ ਹੁਕਮ ਸੀ, ਤੁਹਾਡਾ ਹੁਕਮ ਸਿਰ ਮੱਥੇ ਮਹਾਰਾਜ, ਤੁਸੀਂ ਕਿਹੜਾ ਫੇਰ ਹੁਕਮ ਦਾ ਉਹਦੀ ਸੇਵਾ ਕਰ ਦਿੰਦੇ ਆ। ਮਹਾਰਾਜ ਕਹਿਣ ਲੱਗੇ ਵਾਹ ਸਿੱਖੋ ਵਾਹ, ਏਦਾਂ ਦਾ ਸਿੱਖ ਹੋਣਾ ਚਾਹੀਦਾ ਜਿਹੜਾ ਗੁਰੂ ਦਾ ਹੁਕਮ ਮੰਨੇ। ਪਰ ਨਾਲ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਇਨਸਾਨ ਗਲਤੀਆਂ ਦਾ ਪੁਤਲਾ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗਲਤੀ ਕਿਸੇ ਤੋਂ ਵੀ ਹੋ ਸਕਦੀ ਆ, ਇਹ ਨੰਦ ਰਾਮ ਤੋਂ ਵੀ ਹੋ ਗਈ, ਇਹ ਨੰਦ ਰਾਮ ਤੋਂ ਵੀ ਹੋ ਗਈ। ਲਓ ਹੁਣ ਤੁਸੀਂ ਆਪੇ ਆਖਿਆ ਏ ਕਿ ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ, ਇੱਕ ਹੁਕਮ ਹੋਰ ਕਰੀਏ, ਮੰਨੋਗੇ? ਮਹਾਰਾਜ ਤੁਸੀਂ ਹੁਕਮ ਕਰੋ, ਜੋ ਕਹੋਗੇ ਕਰਨ ਨੂੰ ਤਿਆਰ ਆ। ਮਹਾਰਾਜ ਕਹਿਣ ਲੱਗੇ ਦੇਖੋ ਨੰਦ ਸਿੰਘ ਆ ਜਿਹੜਾ ਬੱਚਾ, ਕਿੰਨਾ ਇੱਕ ਤਾਂ ਆਪਣੇ ਘਰ ਦਾ ਕੰਮ ਕਰ ਰਿਹਾ ਏ, ਸੋਹਣਾ ਏ, ਸੁਨੱਖਾ ਏ, ਇੰਜ ਕਰੋ ਹੁਣ ਇਹ ਬੱਚੇ ਨੂੰ ਤੁਹਾਡੇ ਵਿੱਚੋਂ ਕੋਈ ਆਪਣੀ ਲੜਕੀ ਦਾ ਰਿਸ਼ਤਾ ਦੇ, ਨਾਲੇ ਤਾਂ 4-4 ਕਦਮ ਸਾਰੇ ਪਿੱਛੇ ਹੋ ਗਏ ਤੇ ਨਾਲੇ ਪਾ ਲਈਆਂ ਨੀਵੀਆਂ। ਮਹਾਰਾਜ ਕਹਿਣ ਲੱਗੇ ਕਿਉਂ ਭਾਈ, ਉਹ ਪਹਿਲਾਂ ਵੀ ਹੁਕਮ ਸਾਡਾ ਹੀ ਸੀ ਤੇ ਆ ਵੀ ਹੁਕਮ ਸਾਡਾ ਹੀ ਆ, ਇਹ ਨਹੀਂ ਚੰਗਾ ਲੱਗਦਾ? ਸੌਖਾ ਸੌਖਾ ਦਾ ਤੁਸੀਂ ਅਪਣਾ ਲਿਆ, ਕਿਸੇ ਨੂੰ ਕੁੱਟਣ ਵਾਲਾ ਮਾਰਨ ਵਾਲਾ, ਆ ਨਹੀਂ ਚੰਗਾ ਲੱਗਦਾ? ਜਦੋਂ ਮਹਾਰਾਜ ਜੀ ਨੇ ਇੱਕ ਦੋ ਟਾਂਚਾਂ ਦੀਆਂ ਮਾਰੀਆਂ, ਫਿਰ ਕੰਧਾਰੀ ਰਹਿਣ ਵਾਲਾ ਕੰਧਾਰ ਦੇ ਅਜਬ ਸਿੰਘ ਕੰਧਾਰੀ, ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਮਹਾਰਾਜ ਸਾਡੀ ਭੁੱਲ ਦੀ ਗਲਤੀ ਮਾਫ ਕਰੋ, ਮੈਂ ਆਪਣੀ ਬੱਚੀ ਦਾ ਰਿਸ਼ਤਾ ਇਸ ਨੰਦ ਸਿੰਘ ਨੂੰ ਕਰਨ ਵਾਸਤੇ ਤਿਆਰ ਹਾਂ। ਮਹਾਰਾਜ ਜੀ ਨੇ ਸਮਝਾਇਆ ਸੀ ਆ ਇਹ ਸਿੱਖੀ, ਕਹਿਣ ਦਾ ਭਾਵ ਉਹ ਸੌਖੇ ਸੌਖੇ ਹੁਕਮ ਦਾ ਅਸੀਂ ਮੰਨ ਲੈਂਦੇ, ਬੜੇ ਔਖੇ ਵੀ ਹੁਕਮ ਨੇ। ਮਹਾਰਾਜ ਦੇ ਮਾਣੇ ਨੂੰ ਆਖਿਆ ਸੀ ਜਾਂ ਸੜ ਮਾਰ, ਉੱਥੋਂ ਤਾਂ ਬੜੀ ਦਲੇਰੀ ਨਾਲ ਤੁਰ ਪਿਆ। ਜਦੋਂ ਚਿਖਾ ਬਣਾ ਲਈ, ਅੱਗ ਲਾ ਲਈ, ਉਹਦੇ ਮਨ 'ਚ ਇਹ ਸੀ ਕਿ ਮਹਾਰਾਜ ਜੋ ਕਹਿ ਰਹੇ ਨੇ, ਹੁਣ ਜਾਂ ਤਾਂ ਆਪ ਆਉਣਗੇ ਮੇਰੇ ਮਗਰ ਜਾਂ ਫਿਰ ਕਿਸੇ ਸਿੱਖ ਨੂੰ ਭੇਜਣਗੇ, ਭਾਈ ਆ ਜਾ ਅਸੀਂ ਤਾਂ ਤੇਰੀ ਪਰਖ ਕਰ ਰਹੇ ਸੀ। ਜਦੋਂ ਕੋਈ ਨਾ ਆਇਆ, ਹੁਣ ਆਲੇ ਦੁਆਲੇ ਘੇਰੇ ਲੱਗ ਗਿਆ ਕੱਢਣ, ਉਹਨੂੰ ਕੋਈ ਦੂਰ ਆਉਂਦਾ ਨਜ਼ਰ ਪਿਆ, ਉਹਨੇ ਆਖਿਆ ਮਹਾਰਾਜ ਨੇ ਕੋਈ ਸਿੱਖ ਭੇਜਿਆ ਹੋਣਾ ਏ, ਬਈਆ ਲਿਆ ਬੁਲਾ ਕੇ, ਅਸੀਂ ਤਾਂ ਤੇਰੀ ਪਰਖ ਕਰ ਰਹੇ ਸੀ। ਉਹ ਉੱਚੀ ਉੱਚੀ ਕਰਨ ਲੱਗ ਗਿਆ, ਨਹੀਂ
ਮੈਂ ਤਾਂ ਅੱਜ ਗੁਰੂ ਦੇ ਹੁਕਮ ਨੂੰ ਮੰਨਦੇ ਹੋਏ ਨੇ ਚਿਖਾ ਵਿੱਚ ਸੜੇ ਮਰਨਾ ਹੈ, ਸੜੇ ਮਰਨਾ। ਜਦੋਂ ਉਹਨੇ ਨਜ਼ਦੀਕ ਆਇਆ ਦੇਖਿਆ ਕਿ ਇਹ ਤਾਂ ਕੋਈ ਗੁਰੂ ਦਾ ਸੰਗਤ ਦਾ ਬੰਦਾ ਨਹੀਂ, ਸਾਨੂੰ ਕਦੇ ਨਹੀਂ ਮਿਲਿਆ। ਉਹਨੂੰ ਇਹ ਸੁਣਾਉਂਦਾ ਸੀ ਨਾ ਵੀ ਜਾ ਕੇ ਦੱਸੂਗਾ ਮਹਾਰਾਜ ਇਹ ਤਾਂ ਮਰਨ ਨੂੰ ਤਿਆਰ ਸੀ, ਮੈਂ ਰੋਕਿਆ ਜਾ ਕੇ ਸੀ। ਉਹ ਚੋਰ, ਉਹ ਚੋਰੀ ਕਰਕੇ ਆਇਆ, ਉਹਨੇ ਦੇਖਿਆ ਕਿ ਗੁਰੂ ਦਾ ਹੁਕਮ, ਉਹਦੇ ਨਾਲ ਗੱਲਬਾਤ ਕੀਤੀ ਕਿ ਕਿਹੜਾ ਗੁਰੂ ਦਾ ਹੁਕਮ ਆ? ਕਿ ਮੇਰੇ ਗੁਰੂ ਨੇ ਮੈਨੂੰ ਹੁਕਮ ਕੀਤਾ ਜਾਂ ਜਗ੍ਹਾ ਵਿੱਚ ਸੜ ਮਾਰ। ਉਹ ਕਰਕੇ ਲਿਆਇਆ ਸੀ ਚੋਰੀ। ਉਹਨੇ ਆਖਿਆ ਇੰਜ ਕਰ ਫਿਰ, ਜਾਂ ਤਾਂ ਮਰ ਜਾ, ਜੇ ਨਹੀਂ ਮਰਨ ਨੂੰ ਜੀ ਕਰਦਾ ਫਿਰ ਮੇਰੇ ਨਾਲ ਆਪਣਾ ਵਚਨ ਬਦਲ ਲੈ। ਕਿ ਕਿਵੇਂ? ਕਹਿਣ ਲੱਗਿਆ ਫੜ ਧਨ ਵਾਲਾ ਝੋਲਾ, ਤੇਰੀਆਂ ਕੁੱਲਾਂ ਦਾ ਰੋਣਾ ਧੋਣਾ ਧੋਤਾ ਜਾਣਾ ਤੇ ਗੁਰੂ ਦਾ ਵਚਨ ਦੇ ਦੇ ਮੈਨੂੰ। ਉਹਨੇ ਕਿਹਾ ਬਹੁਤ ਵਧੀਆ। ਉਹਨੇ ਥੈਲਾ ਫੜਿਆ ਏ ਅਤੇ ਉਹ ਜਿਹੜਾ ਚੋਰ ਸੀ ਗੁਰੂ ਦੇ ਹੁਕਮ ਨੂੰ ਮੰਨਦਾ ਹੋਇਆ ਚਿਖਾ ਵਿੱਚ ਸੜ ਮਰਿਆ ਤੇ ਉਹਦੇ ਮਗਰ ਲੱਗੀ ਹੋਈ ਸੀ ਪੁਲਿਸ। ਪੁਲਿਸ ਵਾਲੇ ਆਏ ਨੇ ਤੇ ਆ ਕੇ ਉਹਨਾਂ ਨੂੰ ਬੰਨ ਲਿਆ। ਫਿਰ ਸਾਰੀ ਉਮਰ ਜਿਹੜੀ ਉਹਦੇ ਨਾਲ ਬੀਤੀ ਹੋਊਗੀ ਰਾਜੇ ਦੇ ਘਰ ਚੋਰੀ ਕਰਕੇ ਉਹ ਮਾਣਾ ਜਾਣੇ। ਸੋ ਗੁਰੂ ਦਾ ਹੁਕਮ ਮੰਨਣਾ ਬੜਾ ਔਖਾ ਏ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਸੋਭਾ ਰਾਮ ਸਾਡਾ ਸਿੱਖ ਸੀ, ਇਹਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਕਿ ਮੈਂ ਤਾਂ 4 ਗੁਰੂਆਂ ਦੇ ਦਰਸ਼ਨ ਕੀਤੇ ਨੇ, ਮੇਰੀ ਤਾਂ ਹੋ ਗਈ ਮੁਕਤੀ, ਮੈਨੂੰ ਕਾਹਦੀ ਪਰਵਾਹ ਏ। ਪਰ ਇਹਨੇ ਗੁਰੂ ਮੱਤ ਨੂੰ ਨਹੀਂ ਅਪਣਾਇਆ। ਸਾਧ ਸੰਗਤ ਜੀ, ਸਵਰਗਾਂ ਨੂੰ ਜਾਣ ਨੂੰ, ਮੁਕਤੀ ਪ੍ਰਾਪਤ ਕਰਨ ਨੂੰ ਹਰ ਕੋਈ ਕਾਹਲਾ, ਮਰਨ ਨੂੰ ਕੋਈ ਤਿਆਰ ਨਹੀਂ। ਜੇ ਮਰਨ ਦੀ ਗੱਲ ਹੋਵੇ ਨਾ, ਇੱਕ ਬੁੱਧ ਦੇ ਕੋਲ ਮਾਈ ਆਈ ਹੈ ਕਿ ਜੀ ਆਤਮਾ ਤਾਂ ਮਰ ਕੇ ਵੀ ਅਮਰ ਰਹਿੰਦੀ ਆ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਉਹ ਬੁੱਧ ਕਹਿਣ ਲੱਗਿਆ ਲਿਆ ਮਾਤਾ ਕਿਆ ਲਈਆਂ ਛਕੀਏ, ਨਾਲੇ ਤੇਰਾ ਹੱਥ ਦੇਖੀਏ ਕਿ ਮਾਤਾ ਤਾਂ 2-4 ਦਿਨ ਨੂੰ ਮਰ ਜਾਣਾ ਏ। ਉਹ ਹੱਥ ਜਿਹੜਾ ਕੇ ਕਹਿਣ ਲੱਗੀ ਬੁੱਧ ਜੀ ਕੈਸੀਆਂ ਗੱਲਾਂ ਕਰਦੇ ਹੋ ਆਪ ਸ਼ਗਨ ਵਾਲੀਆਂ। ਉਹ ਬੁੱਧ ਕਹਿਣ ਲੱਗਿਆ ਕਿ ਭਲੀਏ ਹੁਣ ਤਾਂ ਤੂੰ ਕਹਿ ਰਹੀ ਸੀ ਆਤਮਾ ਅਮਰਾਂ ਨੂੰ ਕੋਈ ਫਰਕ ਨਹੀਂ ਪੈਣਾ ਤੇ ਤੂੰ ਮਰਨ ਵਾਸਤੇ ਖੁਦ ਤਿਆਰ ਨਹੀਂ। ਵਚਨ ਮੰਨਣਾ ਬੜਾ ਔਖਾ ਭਾਈ। ਇਹ ਜਿਹੜਾ ਸਾਡਾ ਸਿੱਖ ਸੀ ਸੋਭਾ ਰਾਮ, ਇਹਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਕਿ ਮੇਰੀ ਤਾਂ ਹੋ ਗਈ ਮੁਕਤੀ, ਮੈਂ ਤਾਂ 4 ਗੁਰੂਆਂ ਦੇ ਦਰਸ਼ਨ ਕੀਤੇ ਨੇ, ਸਦਾ ਗੁਰਦੁਆਰੇ ਰਿਹਾ ਏ। ਇਹਨੇ ਗੁਰੂ ਮੱਤ ਨੂੰ ਨਹੀਂ ਸਮਝਿਆ। ਸਾਡਾ ਇੱਕ ਸਿੱਖ ਧੰਨਾ ਸਿੰਘ ਜਿਹੜਾ ਸਮੇਂ-ਸਮੇਂ ਦੇ ਉੱਤੇ ਰਸਦਾਂ ਬਸਦਾਂ ਲੰਗਰਾਂ ਦੇ ਲਈ ਲੈ ਕੇ ਆਇਆ ਕਰਦਾ ਸੀ। ਇੱਕ ਵਾਰ ਉਹ ਰਸਦਾਂ ਬਸਦਾਂ ਲੈ ਕੇ ਆਇਆ ਗੱਡਾ ਭਰ ਕੇ ਰੇੜਾ, ਤੇ ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ। ਉਹਨੇ ਸਮਝਿਆ ਬਈ ਦੇਗ ਵਰਤ ਰਹੀ ਆ, ਭੱਜ ਕੇ ਵਿੱਚੋਂ ਦੇਗ ਲਿਆਵਾਂ, ਗੁਰੂ ਕਾ ਪ੍ਰਸ਼ਾਦ ਹੈ। ਤੇ ਉਹ ਰਸਤੇ ਦੇ ਵਿੱਚ ਆਪਣਾ ਰੇੜਾ ਖੜਾ ਕੇ ਭੱਜਿਆ ਆਇਆ, ਸੋਭਾ ਰਾਮ ਵਰਤਾ ਰਿਹਾ ਸੀ ਦੇਗ। ਤੇ ਇਹਨੂੰ ਉਹਨੇ ਆਖਿਆ ਕਿ ਭਰਾਵਾ ਮੈਂ ਰਸਦਾਂ ਬਸਦਾਂ ਦਾ ਗੱਡਾ ਆ ਰਾਹ 'ਚ ਖੜਾ ਕਰਕੇ ਆਇਆ, ਜੇ ਇੱਧਰ ਉੱਧਰ ਹੋ ਗਿਆ ਕਿਤੇ ਲੰਗਰ ਦਾ ਸਮਾਨ ਨਾ ਖਿੜਖੱਦਰ ਜਾਵੇ, ਇਸ ਲਈ ਜਰਾ ਕਿ ਕਿਣਕਾ ਮਾਤਰ ਦੇਗ ਪਹਿਲਾਂ ਮੈਨੂੰ ਦੇ ਦੇ। ਇੰਨੀ ਉਹ ਗੱਲ ਆਖੀ ਆ। ਤੇ ਅੱਗੋਂ ਸੋਭਾ ਰਾਮ ਨੇ ਉਸ ਨੂੰ ਆਖਿਆ ਧੰਨਾ ਸਿੰਘਾ ਕੀ ਐਵੇਂ ਰਿਛ ਵਾਂਗ ਟਪੂਸੀਆਂ ਜੀਆਂ ਮਾਰੀ ਜਾਂਦਾ, ਪਰਾਂ ਹੋ ਕੇ ਖੜ ਵਾਰੀ ਸਿਰ ਦੇਖ ਮਿਲੇਗੀ। ਐਡੀ ਗੱਲ ਕਹਿ ਦਿੱਤੀ ਤੇਰੇ ਪਿਤਾ ਸੋਭਾ ਰਾਮ ਨੇ। ਉਹ ਸਿੱਖ ਦਾ ਦਿਲ ਟੁੱਟ ਗਿਆ। ਉਹਨੇ ਚੂਰ ਪੌਣ ਡਿੱਗੀ ਹੋਈ ਚੁੱਕ ਕੇ ਖਾ ਲਈ। ਖਾਣ ਤੋਂ ਬਾਅਦ ਤੇਰੇ ਪਿਤਾ ਨੂੰ ਆਖਿਆ ਕਿ ਸੋਭਾ ਰਾਮਾ ਤੂੰ ਐਵੇਂ ਹੀ ਰੌਲਾ ਪਾਇਆ ਹੋਇਆ ਏ ਕਿ ਮੈਂ 4 ਗੁਰੂਆਂ ਦੇ ਨਾਲ ਰਿਹਾ ਏ। ਉਹ ਭਲਿਆ ਗੁਰੂਆਂ ਦੇ ਨਾਲ ਰਹਿ ਕੇ ਤਾਂ ਤੇਰੇ ਵਿੱਚ ਨਿਮਰਤਾ, ਵਡਿਆਈ, ਸਤਿਕਾਰ, ਭਲਾਈ, ਚੰਗਿਆਈਆਂ ਸਾਰਾ ਕੁਝ ਆਉਣਾ ਸੀ, ਚਾਹੀਦਾ ਸੀ। ਇਹ ਤਾਂ ਤੇਰੇ ਨੇੜੇ ਤੇਰੇ ਵੀ ਨਹੀਂ ਜਾਂ ਆਉਣੀਆਂ ਵੀ ਨਹੀਂ। ਤੂੰ ਮੈਨੂੰ ਇੱਕ ਕਿਣਕਾ ਮਾਤਰ ਦੇਗ ਦੇ ਪਿੱਛੇ ਰਿਛ ਆਖਿਆ, ਹੁਣ ਮੇਰਾ ਗੁਰੂ ਕਰੇ ਕਿ ਤੂੰ ਹੀ ਰਿਛ ਦੀ ਜੂਨੀ ਵਿੱਚ ਪਵੇਂ। ਉਹ ਧੰਨਾ ਸਿੰਘ ਨੇ ਇਹ ਸ਼ਬਦ ਕਹਿ ਦਿੱਤੇ ਨੇ। ਤੇ ਸਾਧ ਸੰਗਤ ਜੀ, ਮਹਾਰਾਜ ਨੇ ਸਮਝਾਇਆ ਕਿ ਭਾਈ ਦੁਨੀਆ ਇੱਧਰ ਤੋਂ ਉੱਧਰ ਹੋ ਸਕਦੀ ਆ, ਸਾਰਾ ਕੁਝ ਅਸੰਭਵ ਵੀ ਸੰਭਵ ਹੋ ਸਕਦਾ ਏ, ਪਰ ਇੱਕ ਸੱਚੇ ਪੱਕੇ ਸਿੱਖ ਦਾ ਆਖਿਆ ਵਾਕ ਉਹ ਕਦੇ ਨਹੀਂ ਕਰਦਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਕਹਿੰਦੀ ਆ, ਨਿਸ ਬਾਸਰ ਨਖੀਅਤਰ ਬੇਨਾਸੀ ਰਬ ਸਸੀਅਰ ਬੇਨਾਦਾ ਜਲ ਸੁੱਧਾ ਜਲ ਗਿਰਬ ਸੁੱਧਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਕਲਾਦਾ। ਸਾਰਾ ਕੁਝ ਗਿਣ ਦਿੱਤਾ ਮਹਾਰਾਜ ਜੀ ਨੇ, ਸਾਰਾ ਕੁਝ ਗਿਣ ਕੇ ਰੱਖ ਦਿੱਤਾ। ਦਿਨ ਕਿਆ, ਰਾਤ ਕਿਆ, ਤਾਰੇ ਕਿਆ, ਚੰਦ ਸੂਰਜ ਕਿਆ, ਆ ਧਰਤੀ ਕਿਆ, ਪਾਣੀ ਕਿਆ, ਪਹਾੜ, ਸਾਰਾ ਕੁਝ ਗਿਣ ਦਿੱਤਾ ਕਿ ਭਾਈ ਇਹ ਸਭ ਚੀਜ਼ਾਂ ਨਾਸਵੰਤ ਨੇ। ਇੱਕ ਗੁਰੂ ਦੇ ਪ੍ਰਮਾਤਮਾ ਦੇ ਸਿੱਖ ਦਾ ਭਗਤ ਦਾ ਆਖਿਆ ਹੋਇਆ ਵਚਨ ਕਦੇ ਨਹੀਂ ਟਲਦਾ। ਸੋ ਇਹ ਧੰਨਾ ਸਿੰਘ ਦਾ ਆਖਿਆ ਹੋਇਆ ਵਾਕ ਹੈ, ਇਹ ਨਹੀਂ ਸੀ ਟਲਦਾ। ਇਸ ਕਰਕੇ ਤੇਰਾ ਪਿਤਾ ਰਿਛ ਦੀ ਜੂਨੀ ਦੇ ਵਿੱਚ ਪਿਆ। ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ। ਕਰਨਾ ਹੀ ਸੀ ਸਾਧ ਸੰਗਤ ਜੀ। ਤੇ ਮਹਾਰਾਜ ਜੀ ਨੇ ਸਮਝਾਉਣਾ ਵੀ ਕੀਤਾ ਕਿ ਭਾਈ ਜ਼ਿੰਦਗੀ ਦੇ ਵਿੱਚ ਇੱਕ ਨਿਯਮ ਬਣਾ ਲਓ। ਨਿਯਮ ਅਸੀਂ ਕੋਈ ਵੀ ਸੇਵਾਵਾਂ ਕਰ ਰਹੇ ਹਾਂ, ਇਹ ਦਿਖਾਵੇ ਮਾਤਰ ਨਹੀਂ ਹੈ, ਅਸੀਂ ਆਪਣੇ ਲਈ ਕਰ ਰਹੇ ਹਾਂ, ਆਪਣੇ ਫਿਊਚਰ ਲਈ, ਅੱਗੇ ਲਈ ਕਰ ਰਹੇ ਹਾਂ, ਆਪਣੇ ਭਵਿੱਖ ਲਈ। ਆਖਰੀ ਸਵਾਸ ਲੈ ਕੇ ਜਦੋਂ ਉਤਾਂਹ ਜਾਣਾ ਨਾ, ਉਹਦੇ ਲਈ ਕਰ ਰਹੇ ਹਾਂ। ਨਹੀਂ ਤਾਂ ਕੀ ਕਹਿੰਦੀ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਤੁਸੀਂ ਰੋਜ਼ ਨਹੀਂ ਪੜ੍ਹਦੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ।
ਕੱਪੜ ਮਖਮਲਾਂ ਪਹਿਨਦੇ ਆ, ਆਪਾਂ ਕਿੰਨੇ ਕਿੰਨੇ ਸੁੰਦਰ ਵਸਤਰ ਪਹਿਨਦੇ ਆ। ਇਹ ਕੱਪੜੇ ਆ ਹੁਸਨ ਜਵਾਨੀ, ਇਹ ਸਾਰਾ ਕੁਝ ਕੀ ਹੈ? ਕੱਪੜ ਰੂਪ ਸੁਹਾਵਣਾ, ਇਹ ਤਾਂ ਇੱਥੇ ਹੀ ਛੱਡ ਜਾਣਾ। ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਣਾ। ਇੱਥੇ ਚੰਮਦੀਆਂ ਚਲਾਈਆਂ, ਲੋਕਾਂ ਨੂੰ ਬੁਰਾ ਭਲਾ ਬੋਲਿਆ, ਉੱਥੇ ਸਾਰਿਆਂ ਨੇ ਇੱਕੋ ਹੀ ਗਲੀ ਵਿੱਚ ਹੀ ਲੰਘਣਾ ਏ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖੜਾ ਡਰਾਵਣਾ। ਉੱਥੇ ਨਹੀਂ ਤੇਰੀ ਕੋਈ ਕਿਸੇ ਨੇ ਪੁੱਛ ਪੜਤਾਲ ਕਰਨੀ, ਹਮਾਇਤ ਕਰਨੀ ਜਾ ਕੇ। ਫਿਰ ਡਰਾਉਣਿਆਂ ਵਾਂਗ ਲੱਗੇਗਾ ਜਦੋਂ ਬਿਨਾਂ ਵਸਤਰਾਂ ਤੋਂ ਖੜਾ ਹੋਵੇਗਾ। ਮਤਲਬ ਜਦੋਂ ਤੇਰੇ ਔਕੜ ਫਰੋਲੇ ਜਾਣਗੇ, ਤੇਰਾ ਸਾਰਾ ਕੁਝ ਨੰਗਾ ਹੋ ਜਾਵੇਗਾ ਉੱਥੇ ਕਿ ਤੂੰ ਕੀ ਕਰਿਆ, ਕੀ ਕਰਦਾ ਰਿਹਾ ਏ। ਕਰੇ ਔਕੜ ਪਛਤਾਵਣਾ, ਫਿਰ ਫਾਇਦਾ ਕੀ ਆ ਬਾਅਦ ਵਿੱਚ ਔਕੜ ਕਰਨ ਦਾ? ਭਾਈ ਪਹਿਲਾਂ ਹੀ ਜਵਾਨ ਨੂੰ ਸੰਭਾਲ ਕੇ ਰੱਖੋ। ਜਵਾਨ ਬੜਾ ਕੁਝ ਕਰਾ ਦਿੰਦੀ ਆ, ਕਈ ਵਾਰ 10 ਬੇਨਤੀਆਂ ਕਰਦੇ ਰਹਿੰਦੇ ਨੇ, ਸੰਗ ਤੇ ਨਵੀਂ ਪੁਰਾਣੀ ਬਦਲਦੀ ਰਹਿੰਦੀ ਆ। ਬੱਚਾ ਜਦੋਂ ਜਨਮਦਾ ਨਾ 2 ਸਾਲ ਦੇ ਵਿੱਚ ਬੋਲਣ ਲੱਗ ਜਾਂਦਾ ਹੈ, ਜਵਾਨ ਚਲਾਉਣੀ ਸਿੱਖ ਲੈਂਦਾ ਹੈ। ਪਰ ਕਈਆਂ ਨੂੰ ਸੰਭਾਲਣੀ ਸਾਰੀ ਉਮਰ ਨਹੀਂ ਆਉਂਦੀ। ਸੋਭਾ ਰਾਮ ਵੀ ਉਹਨਾਂ ਦੇ ਵਿੱਚ ਹੀ ਹੈ। ਕੋਈ ਬੰਦਾ ਕਿਤੇ ਬਾਹਰ ਚੱਲਿਆ ਯਾਤਰਾ ਤੇ, ਉਹਨੇ ਘਰੋਂ ਚੌਲ ਔਰ ਦਾਲ ਲੈ ਲਏ ਵੀ ਬਹੁਤਾ ਕੁਝ ਨਾਲ ਕਾਹਨੂੰ ਚੱਕਣਾ, ਕਿਤੇ ਰਸਤੇ ਦੇ ਵਿੱਚ ਬਣਵਾ ਕੇ ਖਿਲਾ ਲਵਾਂਗੇ। ਕਿ ਘਰ ਵਿੱਚ ਰੁਕਿਆ, ਜਦੋਂ ਘਰ ਵਿੱਚ ਰੁਕਿਆ ਉਹ ਘਰ ਦਾ ਦਰਵਾਜ਼ਾ ਭੀੜਾ ਸੀ, ਅੰਦਰ ਵੜਿਆ ਤੇ ਕਹਿਣ ਲੱਗਿਆ, ਮਾਈ ਮੈਂ ਯਾਤਰਾ ਤੇ ਚੱਲਿਆ, ਆ ਖਿਚੜੀ ਤੇ ਚੌਲ ਨੇ ਮੇਰੇ ਜੋਗੇ ਬਣਾ ਦੇ। ਕਹਿੰਦੀ ਬੈਠ ਪੁੱਤ ਬਣਾ ਦਿੰਨੀ ਆ। ਉਹ ਬਣਾਉਣ ਲੱਗੀ ਸਾਹਮਣੇ ਬਹਿ ਕੇ ਉਹਦੇ। ਉਹ ਜਦੋਂ ਬਣਾਉਣ ਲੱਗੀ ਹੋਈ ਆ ਤੇ ਉਹ ਪੁੱਛਣਾ ਉਹਨੇ ਸ਼ੁਰੂ ਕੀਤਾ ਹੈ। ਕਹਿਣ ਲੱਗਿਆ, ਮਾਤਾ ਘਰ ਦਾ ਹੈਗਾ ਕਿ ਮਰ ਗਿਆ? ਇੱਥੋਂ ਉਹਨੇ ਗੱਲ ਸ਼ੁਰੂ ਕੀਤੀ। ਕਹਿਣ ਲੱਗੀ, ਭਾਈ ਪੁੱਤ ਇਕਣਾ ਕਿਉਂ ਬੋਲਦਾ? ਘਰ ਦਾ ਮੇਰੇ ਹੈਗਾ ਏ, ਮਰ ਗਿਆ ਕਾਹਤੇ ਕਹਿਣਾ? ਅੱਛਾ ਮੈਂ ਤਾਂ ਉਹ ਪੁੱਛਿਆ ਵਾ। ਮਾਤਾ ਕਿੰਨੇ ਪੁੱਤਰ ਨੇ? ਅਖੇ 4 ਨੇ। ਚਾਰੇ ਜਿਉਂਦੇ ਨੇ? ਮਾਤਾ ਨੂੰ ਗੁੱਸਾ ਤਾਂ ਬੜਾ ਆ, ਪਰ ਉਹ ਪੀ ਗਈ ਵੀ ਚੱਲਣ ਘਰ ਆਇਆ, ਇਹਨੂੰ ਕੀ ਕਰਨਾ? ਮਾਤਾ ਚਾਰੇ ਜਿਉਂਦੇ ਨੇ। ਕਹਿੰਦੀ ਭਾਈ ਚੁੱਪ ਬੋਲ, ਚਾਰੇ ਹੀ ਜਿਉਂਦੇ ਨੇ। ਫੇਰ ਆਖਿਆ, ਕਹਿਣ ਲੱਗਿਆ, ਮਾਤਾ ਆ ਤੁਹਾਡਾ ਦਰਵਾਜ਼ਾ ਬੜਾ ਨਿੱਕਾ ਜਾਏ ਤੇ ਮੱਝ ਤੁਹਾਡੀ ਬਹੁਤ ਤਕੜੀ ਆ, ਮੋਟੀ ਡਾਢੀ ਆ। ਤੇ ਕਹਿਣ ਲੱਗੇ, ਹਾਂ ਭਾਈ ਇਹਦੀ ਸੇਵਾ ਕਰਦੇ ਆ, ਤਿੰਨੇ ਡਾਂਗੇ ਨੂੰ ਪਾਣੀ ਧਾਣੀ ਸਾਰਾ ਕੁਝ ਪੂਰਾ ਦਈਦਾ। ਨਹੀਂ ਮੈਂ ਤਾਂ ਮਾਤਾ ਇਹ ਕਹਿ ਰਿਹਾ ਕਿ ਤੁਹਾਡਾ ਦਰਵਾਜ਼ਾ ਨਿੱਕਾ ਜਾਂ ਮੱਝ ਬਹੁਤ ਮੋਟੀ ਆ, ਇਹਨੂੰ ਬਾਹਰ ਅੰਦਰ ਕਿਵੇਂ ਕੱਢਦੇ ਹੋ? ਉਹ ਪੁੱਤ ਲੋੜੇ ਨਹੀਂ ਪੈਂਦੀ, ਸਾਰਾ ਕੁਝ ਇੱਥੇ ਹੀ ਕਰੀ ਜਾਂਦੇ ਆ। ਫੇਰ ਕਹਿ ਰਿਹਾ, ਕਹਿੰਦਾ ਮਾਤਾ ਤੁਸੀਂ ਸਾਰਾ ਕੁਝ ਅੰਦਰ ਬਾਹਰ ਅੰਦਰੇ ਕਰੀ ਜਾਂਦੇ ਹੋ, ਭਲਾ ਜੇ ਮੱਝ ਮਰ ਜਾਵੇ ਫਿਰ ਬਾਹਰ ਕਿਵੇਂ ਕੱਢੋਗੇ? ਹੁਣ ਉਹ ਮਾਈ ਨੂੰ ਗੁੱਸਾ ਆਇਆ, ਕਹਿਣ ਲੱਗੀ, ਆ ਜਾ ਹੁਣ ਤੈਨੂੰ ਮੈਂ ਦੱਸਦੀ ਆ। ਉਹ ਜਿਹੜੀ ਖੇਜੜੀ ਧਰੀ ਹੋਈ ਸੀ, ਅੱਧ ਰੱਜੀ ਸੀ, ਉਹਨੇ ਚੱਕ ਕੇ ਉਹਦੇ ਪੱਲੇ ਵਿੱਚ ਪਾਤੀ। ਕਹਿਣ ਲੱਗੀ, ਜਾ ਭੱਜ ਜਾ ਇੱਥੋਂ। ਬਾਹਰ ਕੱਢ ਦਿੱਤਾ ਤੇ ਜਦੋਂ ਉਹਦੇ ਪਿਆ ਤੱਤਾ ਪਾਣੀ ਪੈਰਾਂ ਤੇ ਤੜਫਦਾ ਜਾਂਦਾ, ਲੋਕ ਪੁੱਛਦੇ ਨੇ ਕੀ ਹੋ ਗਿਆ, ਆ ਕੀ ਚੋਰਿਆ? ਉਹ ਕਹਿੰਦਾ, ਮੇਰੀ ਜਵਾਨ ਦਾ ਰਸ ਚੋਰਿਆ, ਮੇਰੀ ਜਵਾਨ ਦਾ ਰਸ, ਜਿਹਦੇ ਨਾਲ ਮੇਰੇ ਪੈਰ ਸੜਦੇ ਜਾਂਦੇ। ਨਿੱਕੀ ਉਮਰ 2 ਸਾਲਾਂ ਦੇ ਵਿੱਚ ਅਸੀਂ ਜਵਾਨ ਚਲਾਉਣੀ ਸਿੱਖ ਲੈਣੀ, ਇਹਨੂੰ ਸੰਭਾਲਣਾ ਅਤੀ ਜ਼ਰੂਰੀ ਹੈ। ਸੋਭਾ ਰਾਮ ਦੀ ਸੰਭਾਲੀ। ਸਾਰੀ ਸੰਗਤ ਦੇਖ ਰਹੀ ਹੈ ਕਿ ਆਹ ਭਾਣਾ ਵਰਤਿਆ ਜੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਵੀ 2 ਸਾਖੀਆਂ ਆਪ ਜੀ ਨੇ ਸੁਣੀਆਂ। ਮੂਲੇ ਕਰਾੜ ਵਾਲੀ ਜਿਹਦਾ 10ਵੇਂ ਜਾਮੇ ਵਿੱਚ ਜਾ ਕੇ ਆਧਾਰ ਹੁੰਦਾ ਹੈ, ਤੇ ਇੱਕ ਜਿਹੜਾ ਸ਼ੇਰ ਬਣਿਆ ਹੁੰਦਾ ਮਰਨ ਸਮੇਂ ਕਿਤੇ ਯਾਦ ਆ ਜਾਂਦਾ ਵੀ ਸਾਰਾ ਕੁਝ ਖਾ ਲਿਆ, ਆ ਕੇ ਇੱਥੇ ਆਹ ਰਹਿ ਗਿਆ, ਇੱਕ ਮਾਸ ਨਹੀਂ ਖਾਇਆ, ਉਹਦੇ ਕਾਰਨ ਉਹ ਸ਼ੇਰ ਦੀ ਜੂਨੀ ਵਿੱਚ ਪੈ ਜਾਂਦਾ। ਉਹਦਾ ਵੀ ਆਧਾਰ ਮਹਾਰਾਜ ਕਰਦੇ ਨੇ। ਉਹ ਆਪਣੇ ਪਿਤਾ ਦੇ ਨਾਂ ਤੇ ਸ਼ਰਾਧ ਸ਼ੁਰੂ ਕਰਿਆ ਬੈਠਾ ਹੁੰਦਾ ਹੈ। ਇੱਥੇ ਵੀ ਸ਼ਰਾਧ ਸ਼ੁਰੂ ਹੋ ਜਾਣੇ ਆ। ਇਹਨਾਂ ਪਾਸੇ ਨੂੰ ਜਾਇਆ ਨਾ ਕਰੋ ਸਾਧ ਸੰਗਤ ਜੀ। ਗੁਰੂ ਦੀ ਮੱਤ ਸਾਨੂੰ ਇਹੀ ਕੁਝ ਬਣਾਉਂਦੀ ਆ। ਇਨਸਾਨ ਜਿਉਂਦੇ ਜੀ ਜੋ ਕਰ ਲੈਂਦਾ ਨਾ, ਬਸ ਉਹੀ ਨਾਲ ਲੈ ਕੇ ਜਾਂਦਾ। ਮਗਰੋਂ ਤਾਂ ਉਹਦੇ ਨਾਂ ਦੇ ਉੱਤੇ ਜਿਹਨੂੰ ਜਿੰਨਾ ਮਰਜ਼ੀ ਦੇ ਜਾਓ, ਉਹਨੂੰ ਕੁਝ ਨਹੀਂ ਉੱਪਰਦਾ ਹੈ। ਜਦੋਂ ਮਹਾਰਾਜ ਜੀ ਨੇ ਸਪਸ਼ਟ ਕਰ ਦਿੱਤਾ ਕਿ ਇਹਨਾਂ ਬੋਲਾਂ ਕਾਰਨ ਇਹ ਰਿਛ ਦੀ ਜੂਨੀ ਪਿਆ ਏ, ਹੁਣ ਕੀਰਤੀਆ ਹੋਰ ਰੋ ਰਿਹਾ। ਫਿਰ ਉਹਨੇ ਬੇਨਤੀ ਕੀਤੀ, ਕਹਿਣ ਲੱਗਿਆ, ਮਹਾਰਾਜ ਠੀਕ ਆ, ਮੇਰੇ ਪਿਤਾ ਤੋਂ ਬਹੁਤ ਭਾਰੀ ਗਲਤੀ ਹੋਈ ਆ। ਕਿਸੇ ਦਾ ਦਿਲ ਦਿਖਾਉਣਾ, ਏਦਾਂ ਵੱਧ ਘੱਟ ਬੋਲਣੇ, ਇਹ ਵਾਕਿਆ ਹੀ ਨਜਾਇਜ਼ ਸਨ। ਪਰ ਮਹਾਰਾਜ ਮੇਰੀ ਬੇਨਤੀ ਇਹ ਹੈ, ਫਿਰ ਵੀ ਮੇਰੇ ਪਿਤਾ ਨੇ ਆਪ ਦੇ 4 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਨੇ, ਕਿ ਹੁਣ ਮੇਰਾ ਪਿਤਾ ਘਰ ਘਰ ਗੁੱਸੀਆਂ ਮਾਰੇਗਾ, ਨੱਚੇਗਾ? ਸਤਿਗੁਰੂ ਕਹਿਣ ਲੱਗੇ, ਨਹੀਂ ਭਾਈ, ਜਿਹੜਾ ਸਿੱਖ ਨੇ ਵਾਕ ਕੀਤਾ ਸੀ ਉਹ ਵਾਕ ਵੀ ਪੂਰਾ ਹੋ ਗਿਆ। ਤੇਰਾ ਪਿਤਾ ਨੱਚ ਵੀ ਲਿਆ ਔਰ ਨੱਚਿਆ ਵੀ ਗੁਰੂ ਅਤੇ ਸੰਗਤ ਦੇ ਅੱਗੇ। ਮਹਾਰਾਜ ਸਤਿਗੁਰੂ ਕਹਿਣ ਲੱਗੇ, ਪਰਮਾਤਮਾ ਭਲੀ ਕਰੇਗਾ। ਲੋ ਜਿਸ ਹਿਸਾਬ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਿਛ ਦੇ ਰੂਪ ਵਿੱਚ ਆਪਣੇ ਸਿੱਖ ਦੀ ਮੁਕਤੀ ਕੀਤੀ ਆ, ਕਿਵੇਂ ਕੀਤੀ ਆ, ਸੁਣਿਓ ਜਾ।
ਕੀਤੇ ਨੇ ਕੀ ਹੁਣੇ ਘਰ ਘਰ ਨੱਚੇਗਾ, ਮੰਗੇਗਾ, ਡਬੂਸੀਆਂ ਮਾਰੇਗਾ। ਮਹਾਰਾਜ ਕਹਿਣ ਲੱਗੇ ਨਹੀਂ, ਸਿੱਖ ਦਾ ਬਾਗ ਪੂਰਾ ਹੋਣਾ ਸੀ, ਇਹ ਰਿਛ ਦੀ ਜੁੰਡੀ ਪੈ ਗਿਆ ਹੋ ਲਿਆ। ਇਹਨੇ ਘਰ ਘਰ ਨੱਚਣਾ ਸੀ, ਸੰਗਤ ਦੇ ਅੱਗੇ ਨੱਚ ਲਿਆ। ਘਬਰਾ ਨਾ, ਹੁਣ ਕਰਤਾਰ ਭਲੀ ਕਰੇਗਾ। ਮਹਾਰਾਜ ਜੀ ਨੇ ਬੁੱਕ ਭਰ ਕੇ ਰਿਛ ਨੂੰ ਪ੍ਰਸ਼ਾਦਾ ਪਾਇਆ। ਖਾਂਦੀ ਸਾਰ ਰਿਛ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰਿਛ ਦੀ ਮਤਲਬ ਸੋਭਾ ਰਾਮ ਦੀ ਮਹਾਰਾਜ ਜੀ ਨੇ ਮੁਕਤੀ ਕਰ ਦਿੱਤੀ। ਤੇ ਉਧਰ ਕਲੰਦਰ ਰੋਣ ਲੱਗ ਗਿਆ। ਮਹਾਰਾਜ ਆਹ ਕੀ ਗੱਲ? ਸੱਚੇ ਪਾਤਸ਼ਾਹ ਸੀ ਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਸੁਖਣਾ ਸੁਖੀ ਹੋਈ ਸੀ, ਲਾਉਣ ਵਾਸਤੇ ਆਏ ਸੀ ਕਿ ਪਹਿਲਾ ਤਮਾਸ਼ਾ ਆਪ ਜੀ ਨੂੰ ਦਿਖਾਉਣਾ। ਮਹਾਰਾਜ ਕਿੰਨੇ ਮਿਹਨਤ ਕਰਕੇ ਇਹਨੂੰ ਪਾਲਿਆ ਸੀ, ਫੜਿਆ ਸੀ ਤੇ ਤਮਾਸ਼ਾ ਸਿਖਾਇਆ। ਮਹਾਰਾਜ ਸਾਡਾ ਟੱਬਰ ਭੁੱਖਾ ਮਰ ਜਾਵੇਗਾ, ਅਸੀਂ ਕਿੱਧਰ ਨੂੰ ਜਾਈਏ? ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਇਹ ਰਿਛ ਦੇ ਨਾਲ ਤੁਹਾਡਾ ਜਾਂ ਤੁਹਾਡੇ ਨਾਲ ਇਹਦਾ ਇੰਨਾ ਹੀ ਸੰਬੰਧ ਸੀ, ਘਬਰਾਓ। ਮਹਾਰਾਜ ਜੀ ਨੇ ਖਜ਼ਾਨਚੀ ਨੂੰ ਆਖਿਆ, ਲਿਆਓ ਭਰ ਕੇ ਗੱਫਾ ਇਹਨੂੰ ਮਾਇਆ ਦਾ ਦਿਓ। ਗੱਫਾ ਭਰ ਕੇ ਮਾਇਆ ਦਾ ਵੱਧ ਤੋਂ ਵੱਧ ਉਸ ਕਲੰਦਰ ਨੂੰ ਦਿੱਤਾ ਗਿਆ ਹੈ। ਇਸ ਤਰੀਕੇ ਨਾਲ ਮਹਾਰਾਜ ਜੀ ਨੇ ਆਪਣੇ ਸਿੱਖ ਦੀ ਰਿਛ ਦੇ ਰੂਪ ਵਿੱਚ ਮੁਕਤੀ ਕੀਤੀ। ਇਹ ਸਾਧ ਸੰਗਤ ਜੀ ਕਈ ਵਾਰ ਅਸੀਂ ਨਾ ਇਹ ਗਾਥਾਵਾਂ ਨੂੰ ਮੰਨਦੇ ਨਹੀਂ। ਹੋਰ ਹੈ ਕਿ ਸਾਡੇ ਕੋਲ ਜੋ ਕੁਝ ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ, ਠੀਕ ਹੈ, ਸਾਰਾ ਕੁਝ ਵੀ ਠੀਕ ਨਹੀਂ ਹੁੰਦਾ ਤੇ ਸਾਰਾ ਕੁਝ ਗਲਤ ਵੀ ਨਹੀਂ ਹੋ ਸਕਦਾ। ਹੁਣ ਅਸੀਂ ਆਪਣਾ ਲਿਖਿਆ ਹੋਇਆ ਇਤਿਹਾਸ ਥੋੜੀ ਗਾਉਣਾ ਹੈ ਤੇ ਕਈ ਕਿੰਤੂ ਪਰੰਤੂ ਵੀ ਕਰਦੇ ਨੇ। ਨਹੀਂ ਸਾਧ ਸੰਗਤ ਜੀ, ਸਾਨੂੰ ਉਹਨਾਂ ਗ੍ਰੰਥਾਂ ਦਾ, ਇਹਨਾਂ ਗਾਥਾਵਾਂ ਦਾ, ਇਹਨਾਂ ਸਾਖੀਆਂ ਦਾ ਹੀ ਕੋਟ ਆਸਰਾ ਲੈਣਾ ਪੈਣਾ, ਵਰਨਾ ਸਾਡੇ ਕੋਲ ਹਯੋ ਕੱਖ ਨਹੀਂ, ਮਾਫ ਕਰਨਾ। ਤੇ ਪਾਵਨ ਬਾਣੀ ਗਿਆਨ ਦੀਆਂ ਚਪੇੜਾਂ ਕਿਹੜੀਆਂ ਮਾਰਦੀਆਂ? ਇੱਥੇ ਸਿੱਖ ਨੂੰ ਇਹ ਉਪਦੇਸ਼ ਮਿਲਦਾ ਕਿ ਤੇਰੇ ਕੋਲ ਬੁਰਾ ਜਾਵੇ ਭਾਵੇਂ ਭਲਾ ਜਾਵੇ, ਤੈਂ ਇੱਕ ਰਸ ਉਹਦੀ ਸੇਵਾ ਕਰਨੀ ਹੈ। ਕੱਲ ਦੇ ਦੀਵਾਨਾਂ ਵਿੱਚ ਇਹੀ ਗੱਲ ਕੀਤੀ ਸੀ। ਜੋਗੇ ਦੇ ਪ੍ਰਥਾਏ ਕਿੱਡਾ ਵੱਡਾ ਹੁਕਮਨਾਮਾ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਸਿਖਾਇਆ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਮਝਾਉਣਾ ਕਰਦੇ ਨੇ। ਸੱਚੇ ਪਾਤਸ਼ਾਹ ਪੰਛੀ ਦਾ ਹਵਾਲਾ ਦੇ ਕੇ ਅਤੇ ਇੱਕ ਰੁੱਖ ਦਾ, ਕਿ ਉਹਦੇ ਉੱਤੇ ਆ ਕੇ ਪੰਛੀ ਬਹਿੰਦਾ ਏ। ਜਦੋਂ ਪੰਛੀ ਉਹਦੇ ਉੱਤੇ ਆ ਕੇ ਬਹਿੰਦਾ, ਨਾ ਉਹਦੇ ਫਲ ਕੰਮ ਆਉਂਦੇ ਆ, ਨਾ ਉਹਦੇ ਪੱਤੇ ਕੰਮ ਆਉਂਦੇ ਆ, ਨੇ ਨਾ ਹੀ ਉਹਦੇ ਫੁੱਲ ਵਗੈਰਾ ਕੰਮ ਆਉਂਦੇ ਆ। ਤੇ ਪੰਛੀ ਨਿਰਾਸ਼ ਹੋ ਕੇ ਮੁੜ ਜਾਂਦਾ ਹੈ। ਉਹ ਕਈ ਵਾਰ ਗਾਥਾ ਢਾਡੀ ਇਹ ਤਾਂ ਪਹਿਲਾਂ ਕਹਿ ਚੁੱਕਿਆ। ਸੋ ਸਾਧ ਸੰਗਤ ਜੀ, ਇੱਥੋਂ ਅਸੀਂ ਕੀ ਸਿੱਖਣਾ ਹੈ? ਗੁਰੂ ਮੱਤ ਦੇ ਵਿੱਚ ਰਹਿ ਕੇ ਅਸੀਂ ਨਿਮਰਤਾ ਸਿੱਖਣੀਆਂ, ਚੰਗਿਆਈਆਂ ਸਿੱਖਣੀਆਂ ਨੇ। ਗੁਰੂ ਸਾਨੂੰ ਜੋ ਕਹਿ ਰਿਹਾ ਤੇ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਹੋਏ, ਰਜਾ ਵਿੱਚ ਰਾਜੀ ਰਹਿੰਦੇ ਹੋਏ, ਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਸਹਿਜੇ ਜੀਵਨ ਨੂੰ ਬਸਰ ਕਰਨਾ ਹੈ। ਫਿਰ ਕੀ ਹੋਵੇਗਾ? ਇਹ ਲੋਕ ਸੁਖੀਏ ਪਰ ਲੋਕ ਸਹੇਲੇ ਆਪਣੇ ਆਪ ਨਾਲ ਹੁੰਦੇ ਜਾਣਗੇ। ਇਹ ਸੀ ਗਾਥਾ ਹੰਕਾਰ ਦੀ। ਸੋ ਗੁਰੂ ਚਰਨਾਂ ਵਿੱਚ ਰਹਿ ਕੇ ਹੰਕਾਰ ਕਦੇ ਵੀ ਨਹੀਂ ਕਰਨਾ। ਕਵਿਤਾ ਤਾਂ ਹੋਰ ਕਹਿਣੀ ਸੀ, ਸੇਵਾ ਸਿਮਰਨ ਕਰਦਿਆਂ ਹੰਕਾਰ ਨਾ ਕਰੀਏ। ਹੰਕਾਰ ਨਹੀਂ ਕਰਨਾ ਚਾਹੀਦਾ। ਸਾਧ ਸੰਗਤ ਜੀ, ਸ਼ਾਮਾਂ ਦੇ ਦੀਵਾਨਾਂ ਦੀ ਇੱਥੇ ਸਮਾਪਤੀ। ਆਪ ਜੀ ਨੂੰ ਪਤਾ ਹੀ ਆ ਕਿ ਜਿਹੜੇ ਵੀਕਐਂਡ ਦੇ ਪ੍ਰੋਗਰਾਮ ਹੁੰਦੇ ਨੇ ਸੰਗਤ ਦੀ ਮੰਗ ਦੇ ਉੱਤੇ, ਉਹ ਇੱਧਰ ਕੀਤੇ ਜਾਂਦੇ ਨੇ। ਵਰਨਾ ਅਜੇ ਵੀ ਗੁਰੂ ਘਰ ਦੀ ਜਿਹੜੀ ਬਿਲਡਿੰਗ ਦਾ ਉਸਾਰੀ ਦਾ ਕੰਮ ਆ, ਉਹ ਉਸਾਰੀ ਅਧੀਨ ਹੈ। ਅਜੇ ਵੀ ਕੁਝ ਸਮਾਂ ਹੋਰ ਲੱਗੇਗਾ ਤੇ ਉਸ ਸਮੇਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਪ੍ਰੋਗਰਾਮ ਨੇ ਵੀਕਡੇਜ਼ ਦੇ, ਉਹ ਉਧਰ ਗੁਰੂ ਅਮਰਦਾਸ ਨਿਵਾਸ ਦੇ ਵਿੱਚ ਚੱਲਦੇ ਨੇ। ਤੇ ਇੱਧਰ ਜਿਹੜੇ ਅੱਜ ਸ਼ਾਮਾਂ ਦੇ ਦੀਵਾਨ ਸਜਾਏ ਗਏ ਨੇ ਤੇ ਸਵੇਰ ਦੇ ਦੀਵਾਨ ਉਧਰ ਸਨ, ਕਿਉਂਕਿ ਫਰਾਈਡੇ ਤੇ ਸੈਟਰਡੇ ਨੂੰ ਇੱਥੇ ਆਨੰਦ ਕਾਰਜ ਹੁੰਦੇ ਨੇ। ਕੱਲ ਨੂੰ ਜੋ ਵੀ ਨਿਤਨੇਮ ਆਸਾ ਜੀ ਦੀ ਵਾਰ, ਮਤਲਬ ਜੋ ਵੀ ਪ੍ਰੋਗਰਾਮ ਉਧਰ ਹੁੰਦਾ, ਸਾਰਾ ਹੀ ਕੱਲ ਨੂੰ ਸੰਡੇ ਵਾਲੇ ਦਿਨ ਇੱਥੇ ਹੀ ਹੋਵੇਗਾ। ਦੁਪਹਿਰ ਤੱਕ ਦੇ ਸਾਰੇ ਪ੍ਰੋਗਰਾਮ ਇਸ ਨਵੀਂ ਬਿਲਡਿੰਗ ਦੇ ਵਿੱਚ ਮਨਾਏ ਜਾ ਰਹੇ ਨੇ, ਚੱਲਣਗੇ। ਅਤੇ ਸ਼ਾਮਾਂ ਦੇ ਜਿਹੜੇ ਪ੍ਰੋਗਰਾਮ ਨੇ ਸਾਧ ਸੰਗਤ ਜੀ, ਉਹ ਦੱਸਣ ਮੁਤਾਬਕ ਉਧਰਲੀ ਪੁਰਾਣੀ ਬਿਲਡਿੰਗ ਦੇ ਵਿੱਚ ਫਿਰ ਚਲੇ ਜਾਣਗੇ ਤੇ ਵੀਕਡੇ ਦੇ ਪ੍ਰੋਗਰਾਮ ਉਧਰ ਚੱਲਦੇ ਰਹਿਣਗੇ। ਤੇ ਜਦੋਂ ਪ੍ਰੋਗਰਾਮ ਇੱਧਰ ਆਉਣਾ ਹੁੰਦਾ ਹੈ, ਉਹ ਸਤਿਕਾਰਯੋਗ ਬਾਬਾ ਜੀ ਅਤੇ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਹੋਣੀ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਿੰਦੇ ਹਨ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਉਪਰੰਤ ਸਮਾਪਤੀ ਗੁਰੂ ਮਹਾਰਾਜ ਜੀ ਦੇ ਸੁਖਾਸਨ ਕੀਤੇ ਜਾਣਗੇ। ਤੇ ਸੁਖਾਸਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਹੀ ਪਲੰਘ ਦੇ ਉੱਤੇ ਆਰਾਮ ਤੇ ਵਿਸ਼ਰਾਮ ਕਰਨਗੇ। ਸਵੇਰ ਨੂੰ 2:30-3 ਵਜੇ ਫਿਰ ਕਵਾੜ ਖੁੱਲ ਜਾਂਦੇ ਨੇ। ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ